sing, oh, oh, nobody like you, Lord. Nobody like you, Lord. Oh, oh, nobody like you, Lord. Nobody like you, Lord. Oh, oh, nobody like you, Lord. Nobody like you, Lord. So we're crying out, oh, oh, there's nobody like you, Lord. Nobody like you, Lord. There's nobody like you, Lord. Nobody like you, Lord. Say, oh, no one compares with you, Jesus. Nobody like you, Lord. Nobody like you, Lord. You're the Alpha, you're the Omega. Say, oh, oh, oh. Say, nobody like, Nobody like you, Lord. nobody like you. Nobody like you, Lord. Awake my soul and sing His praise aloud. Sing His praise aloud. Once again, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੀ ਇਸ ਮੂਮੈਂਟ ਦੇ ਵਿੱਚ ਜੋ ਕਿ ਪਰਮੇਸ਼ਵਰ ਦੇ ਨਾਲ ਆ। ਜੇ ਅੱਜ ਤੁਸੀਂ ਸਾਡੇ ਨਾਲ ਹੋ ਕਿਉਂਕਿ ਤੁਹਾਡੇ ਬਹੁਤ ਹੀ ਸੁਨਹਿਰੀ ਮੰਜ਼ਿਲ ਆ ਔਰ ਕਿਉਂਕਿ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਬੁਲਾਉਂਦਾ ਆ ਤਾਂ ਕਿ ਤੁਸੀਂ ਜਾਣ ਸਕੋ ਪਰਮੇਸ਼ਵਰ ਦੀ ਬੁਲਾਹਟ ਡੂੰਘਾਈ ਦੇ ਵਿੱਚ, ਉਹਦਾ ਦਿਮਾਗ ਨੂੰ, ਉਹਦੇ ਹਿਰਦੇ ਨੂੰ ਪੂਰੀ ਤਰ੍ਹਾਂ। ਤੁਸੀਂ ਇੱਥੇ ਇਸ ਲਈ ਮੌਜੂਦ ਹੋ ਕਿਉਂਕਿ ਤੁਹਾਡੇ ਅੰਦਰ ਜੋ ਆਤਮਾ ਆ ਉਹ ਮੰਗਦਾ ਆ ਕਿ ਪਰਮੇਸ਼ਵਰ ਨੂੰ ਹੋਰ ਜਾਣੇ, ਸਾਡੇ ਇਹ ਪ੍ਰਭੂ ਯਿਸੂ ਮਸੀਹ ਨੂੰ। ਜਦੋਂ ਤੁਸੀਂ ਇੱਥੇ ਮੌਜੂਦ ਹੋ ਇੱਕ ਪਲ ਲੈ ਕੇ ਇਸ ਮੂਮੈਂਟ ਨੂੰ ਸ਼ੇਅਰ ਕਰੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਸਾਰੀ ਦੁਨੀਆ ਨੂੰ ਦੱਸ ਦੇਵੋ ਕਿ ਪਰਮੇਸ਼ਵਰ ਦੀ ਆਵਾਜ਼ ਕੀ ਕਹਿੰਦੀ ਹੈ। ਸਾਡੀ ਪ੍ਰਾਰਥਨਾ ਹੈ ਕਿ ਇਸ ਵੀਡੀਓ ਦੇ ਨਾਲ ਕਿ ਤੁਸੀਂ ਇੱਕ ਨਵੀਂ ਰਲਮ ਦੇ ਵਿੱਚ ਜਾਓਗੇ ਮਹਿਮਾ ਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਜ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆ ਸਕੇ ਹਾਂ ਇਸ ਮੀਡੀਅਮ ਦੇ ਦੁਆਰਾ ਔਰ ਸਾਡਾ ਬਹੁਤ ਹੀ ਖੁਸ਼ੀ ਆ ਕਿ ਅਸੀਂ ਪੂਰੇ ਦੇਸ਼ਾਂ ਨੂੰ ਇਸ ਵੀਡੀਓ ਦੇ ਦੁਆਰਾ ਗੱਲਬਾਤ ਕਰ ਸਕਦੇ ਹਾਂ। ਔਰ ਅੱਜ ਮੇਰੇ ਨਾਲ ਸਾਡੇ ਇਸ ਵੀਡੀਓ ਦੇ ਵਿੱਚ ਸਾਡੇ ਪ੍ਰੋਫਿਟ ਮੌਜੂਦ ਨੇ, ਪ੍ਰੋਫਿਟ ਸ਼ਾਜੂ ਮੈਥਿਊ। ਪਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਇਆ ਕਿਰਪਾ ਦੇ ਲਈ ਜੋ ਕਿ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ। ਧੰਨਵਾਦ ਕਰਦੇ ਹਾਂ ਕਿ ਹਰ ਇੱਕ ਵੀਡੀਓ ਦੇ ਦੁਆਰਾ ਜਦੋਂ ਤੁਸੀਂ ਬੋਲਦੇ ਆ ਅਸੀਂ ਜਾਣਦੇ ਹਾਂ ਕਿ ਅਸੀਂ ਵੱਧਦੇ ਪਏ ਹਾਂ ਪ੍ਰਭੂ ਦੇ ਵਿੱਚ। ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਹੀ ਖੁਸ਼ੀ ਦੀ ਗੱਲ ਹੈ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਤੁਹਾਡੇ ਕੋਲ ਆ ਸਕਦੇ ਹਾਂ। ਚਾਹੇ ਜਿੰਨੇ ਜ਼ਿਆਦਾ ਮਾਸਕ ਜੋ ਆ ਮੈਂਡੇਟਰੀ ਹੋ ਚੁੱਕੇ ਆ, ਤੁਸੀਂ ਇਹਨਾਂ ਲਾਈਵ ਵੀਡੀਓਜ਼ ਨੂੰ ਤੁਸੀਂ ਐਕਸਪੈਕਟ ਕਰ ਸਕਦੇ ਕਿ ਹੋਰ ਵੀ ਦੇਰ ਤੱਕ ਚੱਲਣਗੇ ਕਿਉਂਕਿ ਮੈਂ ਮਾਸਕ ਪਾ ਕੇ ਪ੍ਰਚਾਰ ਨਹੀਂ ਕਰ ਸਕਦਾ। ਲੇਕਿਨ ਚੰਗਾ ਆ ਜੇ ਕਿਸੇ ਦੀ ਇਹ ਮਦਦ ਕਰਦੇ ਆ, ਜੇ ਕਿਸੇ ਦੀ ਸਿਹਤ ਵਿੱਚ ਮਦਦ ਹੁੰਦੀ ਆ, ਜਦੋਂ ਅਸੀਂ ਕਾਨੂੰਨ ਨੂੰ ਫੋਲੋ ਕਰਦੇ ਹਾਂ, ਜਦੋਂ ਅਸੀਂ ਆਪਣੀ ਸਿਹਤ ਦਾ ਖਿਆਲ ਕਰਦੇ ਹਾਂ। ਅਸੀਂ ਟੈਕਨੋਲੋਜੀ ਦੇ ਵਾਸਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਹੁਣ ਇਹ ਸਾਡੀ ਮਦਦ ਕਰਦੀ ਹੈ ਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਦੇ ਵਿੱਚ ਪਹੁੰਚ ਸਕਦੇ ਹਾਂ। ਇਸ ਵੀਡੀਓਜ਼ ਦੇ ਦੁਆਰਾ ਜੋ ਕਿ ਤੁਸੀਂ ਬੋਲਦੇ ਆ, ਹਫਤੇ ਦੇ ਹਫਤੇ ਤੁਸੀਂ ਬੋਲਿਆ ਇਨਵੀਟੇਸ਼ਨ ਪਰਮੇਸ਼ਵਰ ਦੀ ਮੈਨੀਫੈਸਟੇਸ਼ਨ ਦੇ ਬਾਰੇ, ਪਰਮੇਸ਼ਵਰ ਦੀ ਆਵਾਜ਼ ਦੇ ਬਾਰੇ, ਪਰਮੇਸ਼ਵਰ ਦੀ ਮਹਿਮਾ ਦੇ ਬਾਰੇ। ਔਰ ਹਫਤੇ ਤੋਂ ਹਫਤੇ ਸਾਡੇ ਹੋਰ ਵੀ ਜ਼ਿਆਦਾ ਸਾਨੂੰ ਈਮੇਲਸ ਆ ਰਹੇ ਆ ਚਰਚ ਦੇ ਲੋਕਾਂ ਦੇ ਵਿੱਚੋਂ, ਦੂਸਰੇ ਦੇਸ਼ਾਂ ਦੇ ਵਿੱਚੋਂ। ਔਰ ਇਹ ਸ਼ੇਅਰ ਕਰ ਰਹੇ ਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਦਾ ਜੋ ਆਤਮਾ ਆ, ਕਿਸ ਤਰ੍ਹਾਂ ਉਹ ਸ਼ਕਤੀ ਜੋ ਆ ਉਹ ਕਿਸ ਤਰ੍ਹਾਂ ਲੋਕਾਂ ਦੇ ਉੱਤੇ ਆ ਰਹੀ ਆ। ਔਰ
ਕਿਸ ਤਰ੍ਹਾਂ ਉਹ ਪਰਮੇਸ਼ਵਰ ਦੀ ਸ਼ਕਤੀ ਦੇ ਥੱਲੇ ਰੋ ਰਹੇ ਆ, ਕਿਸ ਤਰ੍ਹਾਂ ਉਹ ਬਦਲ ਰਹੇ ਆ, ਕਿਸ ਤਰ੍ਹਾਂ ਉਹ ਆਜ਼ਾਦ ਹੋ ਰਹੇ ਆ। ਅਸੀਂ ਬਹੁਤ ਹੀ ਗ੍ਰੇਟਫੁਲ ਹਾਂ ਕਿ ਅਸੀਂ ਇਸ ਯਾਤਰਾ ਵਿੱਚ ਤੁਹਾਡੇ ਨਾਲ ਹਾਂ। ਧੰਨਵਾਦ ਕਰਦੇ ਹਾਂ। ਅਸੀਂ ਕੁਝ ਸਾਡੇ ਕੋਲ ਈਮੇਲਸ ਆਏ ਜੋ ਕਿ 2 ਮੇਰੇ ਕੋਲ ਹੈਗੇ ਇਸ ਵੇਲੇ, ਜੋ ਕਿ ਮੈਂ ਸ਼ੇਅਰ ਕਰਨਾ ਮੰਗਦਾ ਹਾਂ, ਜੇ ਤੁਸੀਂ ਮੈਨੂੰ ਅਲਾਓ ਕਰੋ। ਕਿਆ ਗਿਆ ਆ ਕਿ ਪਿਆਰੇ ਨਬੀ, ਮੈਂ ਕਿਸ ਤਰ੍ਹਾਂ ਧੰਨਵਾਦ ਕਰ ਸਕਦਾ ਹਾਂ ਅੱਜ ਦੇ ਵਚਨ ਦੇ ਵਾਸਤੇ। ਮੈਂ ਹਰ ਇੱਕ ਚੀਜ਼ ਨੂੰ ਨਹੀਂ ਫੜਿਆ, ਲੇਕਿਨ ਇਸ ਕਰਕੇ ਨਹੀਂ ਕਿਉਂਕਿ ਮੈਂ ਸੁਣ ਨਹੀਂ ਸੀ ਰਿਹਾ, ਬਲਕਿ ਇਸ ਲਈ ਹਰ ਗੱਲ ਜੋ ਬਿਦਾਰੀ ਦੇ ਵਿੱਚ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਤੁਸੀਂ ਦਿੱਤੀ ਸੀਗੀ ਉਹ ਬਹੁਤ ਜ਼ਿਆਦਾ ਡੂੰਘੀ ਸੀਗੀ। ਮੈਨੂੰ ਆਪਣੇ ਆਪ ਨੂੰ ਵਧਾਉਣ ਦੀ ਲੋੜ ਆ ਕਿ ਯਿਸੂ ਮਸੀਹ ਨੂੰ ਫੜ ਕੇ ਰੱਖਣਾ ਉਸ ਦੇ ਵਾਂਗੂ ਨਹੀਂ ਜਿਸਨੇ ਕਿ ਆਪਣੇ ਆਪ ਨੂੰ ਖਾਲੀ ਕੀਤਾ, ਬਲਕਿ ਉਸ ਦੇ ਵਾਂਗੂ ਜੋ ਕਿ ਮਹਿਮਾ ਦੇ ਦੁਆਰਾ ਉਜਾਲਿਆ ਗਿਆ। ਔਰ ਮੈਨੂੰ ਪਤਾ ਹੈ ਕਿ ਮੈਨੂੰ ਇਹ ਵੀਡੀਓਜ਼ ਬਦਲ ਰਹੀਆਂ, ਮੇਰੀ ਮੈਰਿਜ ਨੂੰ ਬਦਲ ਰਹੀਆਂ ਹੈ ਔਰ ਮਿਨਿਸਟਰੀ ਨੂੰ ਬਦਲ ਰਹੀਆਂ। ਇੱਕ ਹੋਰ ਪਾਸਟਰ ਨੇ ਕਿਹਾ ਕਿ ਉਸਨੇ ਕਿਹਾ ਕਿ ਮੈਂ ਹਾਲੇ ਵੀ ਉਸ ਸ਼ਬਦ ਨੂੰ ਅੰਦਰ ਲੈ ਰਿਹਾ ਜੋ ਕਿ ਤੂੰ ਬੋਲਿਆ ਪਿਛਲੇ ਹਫ਼ਤੇ, ਔਰ ਬਹੁਤ ਜ਼ਿਆਦਾ ਭਰਿਆ ਹੋਇਆ ਸੀਗਾ ਉਹ ਸ਼ਬਦ। ਉਹ ਮੇਰਾ ਦਿਮਾਗ ਉਸ ਗੱਲ ਨੂੰ ਹਾਲੇ ਵੀ ਅੰਦਰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਮੈਂ ਅੰਦਰੋਂ ਦੀ ਬਦਲ ਗਿਆ, ਔਰ ਜਿਸ ਤਰ੍ਹਾਂ ਹੁਣ ਮੈਂ ਕਲਾਮ ਨੂੰ ਪੜ੍ਹਦਾ ਹਾਂ ਹੁਣ ਬਿਲਕੁਲ ਹੀ ਬਦਲ ਗਿਆ ਆ। ਔਰ ਹੁਣ ਮੈਂ ਜਾਣਦਾ ਹਾਂ ਕਿ ਜੇ ਅਸੀਂ ਮੁਲਾਇਮ ਹੋਈਏ ਰੂਹ ਦੇ ਵਿੱਚ, ਅਸੀਂ ਆਪ ਮਹਿਮਾ ਵਿੱਚ ਵੱਧ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ। ਇਹ ਗਵਾਹੀਆਂ ਨੇ ਉਹ ਲੋਕਾਂ ਦੀਆਂ ਜੋ ਕਿ ਕਦੀ ਬਿਲਕੁਲ ਸੇਮ ਨਹੀਂ ਰਹਾਂਗੇ ਤੁਹਾਡੀ ਵੀਡੀਓਜ਼ ਦੇਖ ਕੇ। ਜਦੋਂ ਮੈਂ ਆਪਣੇ ਸਪਿਰਿਚੁਅਲ ਫਾਦਰ ਨੂੰ ਫੋਲੋ ਕਰਨਾ ਸ਼ੁਰੂ ਕੀਤਾ, ਪ੍ਰੋਫੈਟ ਇਮੈਨੂਅਲ ਮੱਖਣ ਦੇਵਾ, ਔਰ ਮੈਨੂੰ ਯਾਦ ਹੈ ਕਿ ਕਿਸ ਤਰ੍ਹਾਂ ਯਾਤਰਾ ਸੀਗੀ। ਔਰ ਮੈਨੂੰ ਯਾਦ ਆ ਔਰ ਮੇਰੇ ਵਾਸਤੇ ਬਹੁਤ ਔਖਾ ਸੀਗਾ ਉਹਦਾ ਇੱਕ ਪੂਰਾ ਸਰਮਨ ਨੂੰ ਸੁਣਨਾ, ਔਰ ਮੈਂ ਅੱਧੇ ਵਿੱਚ ਗਵਾ ਜਾਂਦਾ ਸੀਗਾ। ਔਰ ਮੈਨੂੰ ਰੀਅਲਾਈਜ਼ ਹੁੰਦਾ ਸੀਗਾ ਕਿ ਜੋ ਮੇਰੀ ਕਪੈਸਿਟੀ ਸੀ ਉਸਨੂੰ ਵਧਣਾ ਚਾਹੀਦਾ ਹੈ, ਅੰਦਰ ਲੈਣ ਦੀ ਜੋ ਸ਼ਮਤਾ ਸੀ ਉਸਨੂੰ ਵਧਣਾ ਚਾਹੀਦਾ ਹੈ। ਔਰ ਮੈਂ ਪ੍ਰਭੂ ਤੋਂ ਮੰਗਿਆ, ਮੈਂ ਕਿਹਾ ਪ੍ਰਭੂ ਮੇਰੀ ਸ਼ਮਤਾ ਨੂੰ ਵਧਾ, ਮੇਰੇ ਦਿਮਾਗ ਨੂੰ ਵਧਾ, ਤਾਂ ਕਿ ਮੈਂ ਹੋਰ ਇਨਫੋਰਮੇਸ਼ਨ ਆਪਣੇ ਅੰਦਰ ਲੈ ਸਕਾਂ ਔਰ ਗਵਾਚਾ ਨਾ। ਇਸ ਕਰਕੇ ਇਹ ਇੰਟਰਸਟਿੰਗ ਆ ਕਿ ਪਰਮੇਸ਼ਰ ਦਾ ਜੋ ਇਨਸਾਨ ਹੈ ਉਹ ਕਹਿ ਰਿਹਾ ਆ, ਇਹਦਾ ਮਤਲਬ ਇਹ ਆ ਕਿ ਤੁਸੀਂ ਗਵਾਚੇ ਨਹੀਂ ਹੋਏ। ਤੁਸੀਂ ਉਦੋਂ ਗਵਾਚੇ ਹੁੰਦੇ ਜਦੋਂ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਗਵਾਚੇ ਹੋਏ ਆ। ਇਸ ਲਈ ਜਦੋਂ ਅਸੀਂ ਜਾਣਦੇ ਹਾਂ ਕਿ ਜਦੋਂ ਬਦਲਾਵ ਦੀ ਲੋੜ ਆ, ਅਸੀਂ ਜਦੋਂ ਜਾਣਦੇ ਹਾਂ ਕਿ ਜਦੋਂ ਸਾਨੂੰ ਵਧਣ ਦੀ ਲੋੜ ਆ, ਉਹ ਇੱਕ ਸਾਈਨ ਹੁੰਦਾ ਆ ਕਿ ਤੁਸੀਂ ਰਾਈਟ ਟਰੈਕ 'ਤੇ ਆ, ਤੁਸੀਂ ਵੱਧ ਰਹੇ ਆ। ਔਰ ਇਹੀ ਮੈਚੁਰਿਟੀ ਆ ਕਿ ਜਾਣਦੇ ਹੋਏ ਕਿ ਤੁਸੀਂ ਨਹੀਂ ਜਾਣਦੇ, ਜਾਣਦੇ ਹੋਏ ਕਿ ਤੁਹਾਡੀ ਵਧਣ ਦੀ ਲੋੜ ਆ। ਜਿਹੜੇ ਬੱਚੇ ਹੁੰਦੇ ਆ ਹੋ ਸਕਦਾ ਭੁੱਖੇ ਹੋਣ, ਲੇਕਿਨ ਉਹ ਗੱਲ ਨਹੀਂ ਆਪਣੇ ਮਾਂ ਬਾਪ ਨੂੰ ਦੱਸ ਸਕਦੇ ਕਿ ਮੈਂ ਭੁੱਖਾ ਆ। ਉਹ ਸਾਰੀ ਦਿਨ ਉਹ ਖੇਲ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਸਕਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਖੇਲ ਬੰਦ ਕਰਕੇ ਮੈਨੂੰ ਖਾਣ ਦੀ ਲੋੜ ਹੈ। ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਜਦੋਂ ਇਹ ਦੇਖਣਾ ਸ਼ੁਰੂ ਕਰ ਦੇਵੋ ਕਿ ਇਹ ਮੇਰੀ ਆਤਮਾ ਦੀ क्षमता ਆ ਔਰ ਮੈਂ ਇਸ ਨਾਲੋਂ ਵੱਧ ਕੇ ਕਰਾਂ। ਮੈਂ ਆਪਣੀ ਜੋ ਅਟੈਂਸ਼ਨ ਹੈ ਉਸਨੂੰ ਗਵਾ ਰਿਹਾ ਕੁਝ ਸਮੇਂ ਤੋਂ ਬਾਅਦ। ਇਹ ਆਪਣੇ ਆਪ ਦੇ ਵਿੱਚ ਔਰ ਇਹ ਤੁਹਾਡੀ ਰੂਹਾਨੀ क्षमता ਨੂੰ ਦਰਸਾਉਂਦਾ ਆ, ਕਿਉਂਕਿ ਯਿਸੂ ਨੇ ਕਿਹਾ ਜਿਹੜੇ ਸੁਣ ਰਹੇ ਆ ਤੁਹਾਨੂੰ ਹੋਰ ਦਿੱਤਾ ਜਾਏਗਾ। ਇਸ ਕਰਕੇ ਜਿਸ ਲੈਵਲ 'ਤੇ ਤੁਸੀਂ ਸੁਣ ਸਕਦੇ ਹੋ, ਜਿਸ ਤਰ੍ਹਾਂ ਤੁਹਾਡੀ ਆਤਮਾ ਫੜ ਸਕਦੀ ਆ, ਉਸਨੂੰ ਪਹੁੰਚਾ ਸਕਦੀ ਆ, ਉਹ ਇੱਕ ਹਿੱਸਾ ਆ ਪਰਮੇਸ਼ਵਰ ਦੀ
ਮਹਿਮਾ ਦਾ that I will share ਇਸ ਗੱਲ ਦੇ ਉੱਤੇ ਮੈਂ ਗੱਲ ਕਰਾਂਗਾ ਅਗਲੇ ਹਫਤੇ ਹੋ ਸਕਦਾ ਹੈ as soon as the Lord gives me ਜਿਸ ਤਰ੍ਹਾਂ ਮੈਨੂੰ ਪਰਮੇਸ਼ਰ ਕਵੇਗਾ। ਇਹ ਬਹੁਤ ਚੰਗੀ ਟੈਸਟਮਨੀ ਹੈ। that this listening, we're not talking about just listening with our ਅਸੀਂ ਸਿਰਫ ਸੁਣਨ ਦੀ ਗੱਲ ਨਹੀਂ ਕਰ ਰਹੇ, it was about digest ਸਿਰਫ ਕੰਨਾਂ ਦੇ ਨਾਲ ਸੁਣਨਾ, listening to it, ਬਲਕਿ ਸੁਣ ਕੇ ਰੂਹ ਦੇ ਵਿੱਚ ਸੁਣਨਾ ਔਰ ਉਸਨੂੰ ਤੋੜਨਾ। dimensions of ਤਰ੍ਹਾਂ ਦੀਆਂ ਡਾਇਮੈਂਸ਼ਨਸ ਆ ਸੁਣਨ ਦੀਆਂ। learned listening from my ਮੈਂ ਸਿੱਖਿਆ ਹੈ ਕਿੱਦਾਂ ਸੁਣਨਾ ਚਾਹੀਦਾ ਹੈ। I have never seen another ਮੈਂ ਕੋਈ ਇਸ ਤਰ੍ਹਾਂ man listen like him. ਦੂਸਰਾ ਇਨਸਾਨ ਨਹੀਂ ਦੇਖਿਆ ਜੋ ਕਿ ਉਹਦੇ ਵਾਂਗੂ ਸੁਣ ਸਕਦਾ ਹੈ। Very far. ਮੈਂ ਬਹੁਤ ਦੂਰ ਹਾਂ ਉੱਥੇ ਪਹੁੰਚਣ ਤੋਂ। It scares me. ਮੈਨੂੰ ਡਰਾਉਂਦੀ ਆ, I can cry now. ਮੈਂ ਰੋ ਸਕਦਾ ਹਾਂ। I have watched him listen to his ਮੈਂ ਉਹ ਦੇਖਿਆ ਕਿ ਕਿਸ ਤਰ੍ਹਾਂ ਉਹ ਆਪਣੇ ਪਿਤਾ ਨੂੰ ਸੁਣਦਾ ਸੀਗਾ, just listening with each ਬਲਕਿ ਕੰਨਾਂ ਦੇ ਦੁਆਰਾ ਨਹੀਂ, ਬਲਕਿ ਉਹ ਕਿਸ ਤਰ੍ਹਾਂ ਆਪਣੇ ਕੰਨਾਂ ਦੇ ਦੁਆਰਾ ਉਸਨੂੰ ਸੁਣ ਕੇ ਆਪਣੇ ਅੰਦਰ ਲੈਂਦਾ ਸੀਗਾ। listen to the point. ਤੁਸੀਂ ਸੁਣ ਸਕਦੇ ਹੋ ਕਿਸੇ ਨੂੰ, You are now not just getting it. ਤੁਸੀਂ ਸਿਰਫ ਉਸਨੂੰ ਸੁਣ ਕੇ ਸਿਰਫ ਇਨਫੋਰਮੇਸ਼ਨ ਹੀ ਨਹੀਂ ਲੈ ਰਹੇ, You are now carried into the revelation. ਤੁਸੀਂ ਹੁਣ ਬਿਦਾਰੀ ਉਸ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਉਹਦੇ ਨਾਲ ਤੁਰ ਰਹੇ ਹੋ। ਇਸ ਕਰਕੇ ਜਦੋਂ ਦੈਨੀਅਲ ਨਬੀ ਦੀ ਕਿਤਾਬ ਦੇ ਵਿੱਚ ਕਹਿੰਦਾ ਹੈ To whom that is wise, ਉਹ ਜਿਹੜੇ ਸਮਝਦਾਰ ਨੇ wisdom will be given. ਉਹਨਾਂ ਨੂੰ presence of God just shifted on my body. ਉਹਨਾਂ ਨੂੰ ਹੋਰ ਵੀ ਅਕਲ ਦਿੱਤੀ ਜਾਵੇਗੀ, ਹੋਰ ਵੀ ਸਮਝ ਦਿੱਤੀ ਜਾਵੇਗੀ। The world will say wisdom is needed for the foolish. ਜਿਹੜਾ ਸਮਾਜ ਹੈ ਉਹ ਕਹਿੰਦਾ ਆ ਕਿ ਬੇਵਕੂਫਾਂ ਨੂੰ ਅਕਲ ਦੀ ਲੋੜ ਆ, ਲੇਕਿਨ ਪਰਮੇਸ਼ਰ ਦੇ ਰਾਜ ਦੇ ਵਿੱਚ Wisdom is ਜਿਹੜੀ ਸਮਝ ਆ ਉਹਨਾਂ ਨੂੰ ਦਿੱਤੀ ਜਾਂਦੀ ਆ ਜਿਹੜੇ ਬੁੱਧੀਮਾਨ ਨੇ। what they're going to do is you give wisdom to somebody that is ਜੇ ਤੁਸੀਂ ਬੇਵਕੂਫ ਨੂੰ ਬੁੱਧੀ ਦੇ ਦਿਓ, ਸਮਝ ਦੇ ਦਿਓ, ਤਾਂ ਉਸ ਨੂੰ ਬਰਬਾਦ ਕਰ ਦੇਵੇਗਾ। ਇਸ ਕਰਕੇ ਜਦੋਂ ਮਾਲਿਕ ਵਾਪਸ ਆਉਂਦਾ ਹੈ ਉਹ ਸਾਰਿਆਂ ਨੂੰ ਦੇਖਦਾ ਆ, ਉਹਨਾਂ ਤੋੜਿਆਂ ਨੂੰ ਦੇਖਦਾ ਹੈ ਜਿਹੜੇ ਕਿ ਉਹਨਾਂ ਨੇ ਉਹਨੂੰ ਦਿੱਤੇ ਸੀਗੇ। ਉਹ ਦੇਖਦਾ ਕਿ ਇੱਕ ਨੇ ਉਸਨੂੰ ਇੱਕ ਨੌਕਰ ਨੇ ਉਸਨੂੰ ਵਧਾਇਆ ਨਹੀਂ to the guy who has ਔਰ ਉਸ ਤੋਂ ਲੈ ਕੇ ਉਸਨੂੰ ਨਹੀਂ ਦਿੰਦਾ ਹੈਗਾ ਜਿਹਦੇ ਕੋਲ ਥੋੜਾ ਹੁੰਦਾ। ਜਦੋਂ ਅਸੀਂ ਇਨਸਾਨ ਇਸ ਤਰ੍ਹਾਂ ਕਰਦੇ ਹਾਂ, ਜੇ ਮੇਰੇ ਪੁੱਤਰ ਕੋ 2 ਹੋਵੇ, ਮੇਰੀ ਧੀ ਕੋ 5 ਹੋਵੇ, ਤਾਂ ਮੈਂ brother has less. ਆਪਣੀ ਪੁੱਤਰੀ ਨੂੰ ਕਹਾਂਗਾ ਤੇਰੇ ਭਰਾ ਕੋ ਥੋੜੇ ਆ ਤਾਂ ਉਸਨੂੰ ਦੇ ਦੇ। ਲੇਕਿਨ ਜੋ ਕਹਾਣੀ ਯਿਸੂ ਮਸੀਹ ਨੇ ਦੱਸੀ ਉਹ ਇਹ ਸੀਗੀ ਕਿ ਉਸਨੇ ਉਸ ਇਨਸਾਨ ਤੋਂ ਉਹ ਲੈ ਲਿਆ ਇੱਕ ਤੋੜਾ ਜੋ ਉਹਦੇ ਕੋਲ ਸੀਗਾ, ਜੋ ਉਸਨੇ ਮਲਟੀਪਲਾਈ ਨਹੀਂ ਕੀਤਾ। ਸੋ ਜੋ ਪਰਮੇਸ਼ਵਰ ਦਾ ਰਾਜ ਆ ਉਹ ਆਪਣੇ ਉੱਤੇ ਤਰਸ ਖਾ ਕੇ ਨਹੀਂ ਚੱਲਦਾ ਹੈਗਾ। Self pity is your way. ਜੋ ਆਪਣੇ ਆਪ ਤੇ ਤਰਸ ਖਾਣਾ ਆ ਉਹ ਤੁਹਾਨੂੰ ਰਿਟਾਇਰ ਕਰ ਦਿੰਦਾ ਹੈ। Move the responsibility that he has given. ਉਹ ਜੋ ਕਿ ਪਰਮੇਸ਼ਵਰ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਆ, ਉਹ ਵੀ ਉਸ ਤੋਂ ਦੂਰ ਉਹ ਉਸ ਨੂੰ ਲੈ ਲੈਂਦਾ ਆ। ਜਦੋਂ ਤੁਸੀਂ ਰੋਂਦੇ ਆ, ਤੁਸੀਂ ਕਹਿੰਦੇ ਕਿ ਮੇਰੇ ਤੋਂ ਨਹੀਂ ਹੁੰਦਾ, ਮੈਂ ਬਹੁਤ ਥੱਕ ਗਿਆ ਆ, ਪਰਮੇਸ਼ਵਰ ਉਹ ਅਸਾਈਨਮੈਂਟ ਤੁਹਾਡੇ ਕੋਲ ਲੈ ਲੈਂਦਾ ਆ। And does not give it to the one that has less. He gives ਉਹ ਅਸਾਈਨਮੈਂਟ ਤੁਹਾਡੇ ਕੋਲ ਲੈ ਕੇ ਉਹਨੂੰ ਨਹੀਂ ਦਿੰਦਾ ਜਿਹਦੇ ਕੋਲ ਥੋੜਾ ਹੈ, ਬਲਕਿ ਉਹਨੂੰ ਦਿੰਦਾ ਜਿਹਦੇ ਕੋਲ ਜ਼ਿਆਦਾ ਆ। ਦੂਸਰੇ ਸ਼ਬਦਾਂ ਦੇ ਵਿੱਚ I want to give more to the one that I can trust. ਦੂਸਰੇ ਸ਼ਬਦਾਂ ਵਿੱਚ ਉਹ ਉਹਨੂੰ ਦਿੰਦਾ ਆ ਜ਼ਿਆਦਾ ਜ਼ਿੰਮੇਵਾਰੀ ਜਿਹਦੇ ਉੱਤੇ ਉਹ ਵਿਸ਼ਵਾਸ ਕਰ ਸਕਦਾ ਹੈ, ਉਹਦੇ ਉੱਤੇ ਭਰੋਸਾ ਕਰ ਸਕਦਾ ਹੈ। ਉਹਨੂੰ ਪਤਾ ਹੈ ਕਿ ਜੇ ਉਹ ਇਨਫੋਰਮੇਸ਼ਨ ਉਹਨੂੰ ਦੇਵੇਗਾ ਜਿਹਨੂੰ ਉਹ ਦੁੱਗਣਾ ਚੌਗਣਾ ਕਰ ਸਕਦਾ ਹੈ। ਫਿਰ ਪਰਮੇਸ਼ਰ ਤੁਹਾਨੂੰ ਕਿਉਂ ਜ਼ਿੰਮੇਵਾਰੀ ਦੇਵੇਗਾ? ਕਿਉਂਕਿ ਜੇ ਉਹ ਦੇਖੇ ਕਿ ਤੁਸੀਂ ਉਸਨੂੰ ਦੁੱਗਣਾ ਤਿਗਣਾ ਨਹੀਂ ਕਰੋਗੇ। ਦੈਨੀਅਲ ਨਬੀ ਦੀ ਕਿਤਾਬ ਦੇ ਵਿੱਚ Those who have ਕਿਹਾ ਗਿਆ ਕਿ ਜਿਨ੍ਹਾਂ ਦੇ ਕੋਲ ਸਮਝ ਆ ਉਹਨਾਂ ਨੂੰ ਗਿਆਨ ਦਿੱਤਾ ਜਾਏਗਾ। who have ਜਿਨ੍ਹਾਂ ਦੇ ਕੋਲ ਸਮਝ ਆ knowledge, ਉਹਨਾਂ ਨੂੰ knowing, ਗਿਆਨ ਦਿੱਤਾ ਜਾਏਗਾ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਏਗੀ। ਜਿਨ੍ਹਾਂ ਦੇ ਕੋਲ ਸਮਝ ਆ, ਮਤਲਬ if you don't understand ਜਿਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਸਮਝਦੇ ਨਹੀਂ ਹੋ ਇੱਕ ਸਥਾਨ ਦੇ ਉੱਤੇ, more knowledge, ਜ਼ਿਆਦਾ ਗਿਆਨ ਤੁਹਾਨੂੰ ਨਹੀਂ ਦਿੱਤਾ ਜਾਏਗਾ। because even if that knowledge is ਜੇ ਉਹ ਗਿਆਨ ਤੁਹਾਨੂੰ ਦਿੱਤਾ ਜਾਵੇ ਤੁਹਾਨੂੰ ਸਮਝ ਨਹੀਂ ਆਵੇਗੀ। so that knowledge is ਇਸ ਲਈ ਉਹ ਗਿਆਨ ਹੈ ਉਹ ਵੇਸਟ ਆ। the only way more knowledge can ਇਸ ਲਈ ਜ਼ਿਆਦਾ ਤੁਹਾਨੂੰ ਗਿਆਨ ਜ਼ਿਆਦਾ ਦਿੱਤਾ ਜਾਵੇ, ਉਹਦਾ ਕਰਕੇ ਤੁਹਾਨੂੰ ਸਮਝ ਹੋਣਾ ਜ਼ਰੂਰੀ ਆ ਕਿ ਇਹ ਸੇਫ ਆ ਕਹਿਣਾ
ਕਿ ਅਸੀਂ ਨਵੀਆਂ ਡਾਇਮੈਂਸ਼ਨ ਵਿੱਚ ਨਹੀਂ ਜਾ ਸਕਦੇ ਜਦ ਤੱਕ ਕਿ ਅਸੀਂ ਜੋ ਸਾਡੇ ਕੋਲ ਆਲਰੇਡੀ ਹੈਗਾ ਉਹਦੇ 'ਚ ਅਸੀਂ ਵਫਾਦਾਰ ਨਹੀਂ ਹੁੰਦੇ। ਤੁਸੀਂ ਦੇਖ ਰਹੇ ਹੋ ਹਰ ਇੱਕ ਜੋ ਲੈਵਲ ਆ ਜਦੋਂ ਗਿਆਨ ਆਉਂਦਾ ਆ, it does not mean you have. ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਸਮਝ ਵੀ ਉਹਦੇ ਨਾਲ ਆ ਗਈ ਆ। If I were to break it into simple, ਜੇ ਮੈਂ ਸਿੰਪਲ ਟਰਮਸ ਇਸ ਨੂੰ ਬ੍ਰੇਕ ਕਰਾਂ, when a student ਜਦੋਂ goes to a new ਜਦੋਂ ਬੱਚੇ ਜਿਹੜੇ ਸਟੂਡੈਂਟਸ ਆ ਉਹ ਨਵੀਂ ਕਲਾਸ ਵਿੱਚ ਜਾਂਦੇ ਆ, ਜਿਹੜਾ ਟੀਚਰ ਆ ਉਹ ਉਸ ਨੂੰ ਖੜਾ ਹੋ ਕੇ ਗਿਆਨ ਦਿੰਦਾ ਆ, they're giving them, ਉਹਨੂੰ ਇਨਫੋਰਮੇਸ਼ਨ ਦਿੰਦਾ ਆ। but that does not mean ਇਹਦਾ ਮਤਲਬ ਇਹ ਨਹੀਂ ਆ now that they have knowledge, ਕਿ they are going to the next. ਜਸਟ ਬਿਕਾਜ਼ ਉਹਨਾਂ ਕੋਲ ਹੁਣ ਨੌਲੇਜ ਆ ਹੁਣ ਉਹ ਦੂਸਰੀ ਕਲਾਸ ਵਿੱਚ ਜਾਣਗੇ। ਹੁਣ ਨੌਲੇਜ ਨੂੰ ਲੈ ਕੇ ਹੁਣ ਉਹ ਹੋਮਵਰਕ ਕਰਦੇ ਆ, ਰਿਸਰਚ ਕਰਦੇ ਆ, ਕਲਾਸਰੂਮ ਐਕਟੀਵਿਟੀਜ਼ ਕਰਦੇ ਆ। Try this and ਉਹ ਕਹਿੰਦੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਉਸ ਨੂੰ ਉਸ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। you can just send the textbook. ਇਹਦਾ ਇਸ ਕਰਕੇ ਤੁਹਾਨੂੰ ਅਦਰਵਾਈਜ਼ ਤੁਹਾਨੂੰ ਕਲਾਸਰੂਮ ਦੀ ਲੋੜ ਨਹੀਂ ਹੈ। ਜਦੋਂ ਟੀਚਰ ਦਿੰਦਾ ਗਿਆਨ ਦਿੰਦਾ ਆ, ਉਹਦੀ ਟੀਚਰ ਦੀ ਇਹ ਰਿਸਪੌਂਸਿਬਿਲਿਟੀ ਕਿ ਬੱਚਿਆਂ ਨੂੰ ਸਮਝ ਆਵੇ ਕਿ ਉਸਨੇ ਕੀ ਗਿਆਨ ਦਿੱਤਾ ਆ। ਇਸ ਕਰਕੇ ਟੈਸਟ ਹੁੰਦਾ ਆ। ਜਿਹੜਾ ਟੈਸਟ ਆ ਉਹ ਇਸ ਲਈ ਦਿੱਤਾ ਜਾਂਦਾ ਹੈ ਤਾਂ ਕਿ ਉਹ ਸ਼ੋਰ ਹੋ ਸਕਣ They have understood. ਕਿ ਉਹਨਾਂ ਨੂੰ ਜੋ ਗਿਆਨ ਦਿੱਤਾ ਗਿਆ ਸੀਗਾ ਉਹਨਾਂ ਨੂੰ ਸਮਝ ਆ ਗਈ ਆ। So when you pass ਇਸ ਲਈ ਜਦੋਂ ਤੁਸੀਂ ਪਾਸ ਕਰ ਲੈਂਦੇ ਆ ਟੈਸਟ ਨੂੰ, ਤੁਸੀਂ ਕਹਿੰਦੇ ਕਿ ਮੈਨੂੰ ਜੋ ਗਿਆਨ ਦਿੱਤਾ ਗਿਆ ਸੀਗਾ ਮੈਨੂੰ ਉਹਦੀ ਸਮਝ ਆ ਗਈ ਆ। is that, so follow the ਇਸ ਪ੍ਰੋਸੈਸ ਨੂੰ ਫੋਲੋ ਕਰੋ। ਜਿਹੜੇ ਸਮਝਦਾਰ ਆ, ਜਿਹੜੇ ਬੁੱਧੀਮਾਨ ਆ, ਉਹਨਾਂ ਨੂੰ ਹੋਰ ਬੁੱਧੀ ਦਿੱਤੀ ਜਾਏਗੀ। ਜਿਹੜੇ ਜਿਹਨਾਂ ਕੋਲ ਸਮਝਦਾਰ ਆ ਉਹਨਾਂ ਨੂੰ ਹੋਰ ਸਮਝਦਾਰੀ ਦਿੱਤੀ ਜਾਏਗੀ। ਜਦੋਂ ਗਿਆਨ ਆਉਂਦਾ ਆ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸਨੂੰ ਸਮਝ ਆ ਗਏ ਹੋ। ਤੁਹਾਨੂੰ ਉਸ ਗਿਆਨ ਦੇ ਉੱਤੇ ਮੈਡੀਟੇਟ ਕਰਨਾ ਪੈਂਦਾ ਆ। ਮੈਂ ਇਸ ਨੂੰ ਇਸ ਤਰ੍ਹਾਂ ਰੱਖ ਸਕਦਾ ਹਾਂ, what information is coming to you ਜੋ ਇਨਫੋਰਮੇਸ਼ਨ ਤੁਹਾਡੇ ਕੋਲ ਆ ਰਹੀ ਹੈ ਇਸ ਵੇਲੇ is public. ਇਹ ਪਬਲਿਕ ਨੌਲੇਜ ਆ, ਇਹ ਪਬਲਿਕ ਗਿਆਨ ਆ। This public knowledge that is coming to you is not ਇਹ just ਜਿਹੜੀ it's coming to you. ਇਹ ਜਿਹੜੀ ਪਬਲਿਕ ਨੌਲੇਜ ਆ, ਇਹ ਜਿਹੜਾ ਪਬਲਿਕ ਗਿਆਨ ਹੈ ਸਾਰਿਆਂ ਕੋ ਆ ਰਿਹਾ। ਇਹ ਸਿਰਫ ਤੁਹਾਡੇ ਕੋਲ ਇਕੱਲਿਆਂ ਕੋ ਨਹੀਂ ਆ ਰਿਹਾ ਬਲਕਿ ਸਾਰਿਆਂ ਕੋ ਆ ਰਿਹਾ ਆ। ਲੇਕਿਨ ਇਹ ਜੋ ਪਬਲਿਕ ਗਿਆਨ ਆ, ਇਹ ਪਬਲਿਕ ਗਿਆਨ ਸੀਗਾ, ਇਹ ਇੱਕ ਪ੍ਰਾਈਵੇਟ ਇਨਫੋਰਮੇਸ਼ਨ ਸੀਗੀ ਜੋ ਕਿ ਕਿਸੇ ਦੇ ਦਿਲ ਦੇ ਵਿੱਚ ਆਈ। Person had to meditate. ਉਸ ਇਨਸਾਨ ਨੂੰ ਉਸ ਦੇ ਉੱਤੇ ਮੈਡੀਟੇਟ ਕਰਨਾ ਪਿਆ, ਉਹਦੀ ਅੰਡਰਸਟੈਂਡਿੰਗ ਲੈਣੀ ਪਈ। Now that ਔਰ ਹੁਣ ਉਹ ਜਿਹੜੀ ਸਮਝ ਆ is coming to you as ਉਹ ਹੁਣ ਤੁਹਾਡੇ ਕੋ ਆ ਰਹੀ ਆ ਗਿਆਨ ਦੇ ਤਰ੍ਹਾਂ। now it is with ਲੇਕਿਨ ਹੁਣ ਤੁਹਾਡੇ ਉੱਤੇ ਆ ਕਿ ਤੁਸੀਂ ਇਸ ਗਿਆਨ ਨੂੰ now you have to take ਹੁਣ ਤੁਹਾਨੂੰ ਉਹ ਗਿਆਨ meditate ਉਹਦੇ ਉੱਤੇ ਮੈਡੀਟੇਟ ਕਰਨਾ ਪੈਣਾ, ਉਹਦੇ ਉੱਤੇ ਉਹਨੂੰ ਟਰਾਂਸਲੇਟ ਕਰਨਾ ਪੈਣਾ ਆ your ਤੁਹਾਡੀ ਆਪਣੀ ਸਮਝ ਦੇ ਵਿੱਚ। from that ਉਸ ਲੈਵਲ ਤੋਂ the fruit will ਜਿਹੜਾ ਫਲ ਆ ਉਹ ਆਏਗਾ। ਉਸ ਲੈਵਲ ਤੇ ਆਣ ਕੇ ਜੋ ਤੇਲ ਆ ਉਹ ਵਗੇਗਾ। ਉਸ ਮੈਡੀਟੇਸ਼ਨ ਤੋਂ ਰਿਜ਼ਲਟਸ ਆਣ ਕੇ ਤੁਸੀਂ ਦੇਖ ਰਹੇ ਹੋ even with the ਜਿਹੜੇ ਪੈਰਾਬਲਸ ਜਦੋਂ ਯਿਸੂ ਨੂੰ ਦਿੱਤੇ, ਜਦੋਂ ਉਹ ਕਹਾਣੀਆਂ ਸੁਣਾਉਂਦਾ ਸੀਗਾ, is given in parables but ਉਹ ਕਹਿੰਦਾ ਸੀਗਾ ਕਿ ਉਹਨਾਂ ਨੂੰ of the kingdom ਕਹਾਣੀ ਦੇ ਦੱਸੀਆਂ ਜਾਂਦੀਆਂ ਲੇਕਿਨ ਤੁਹਾਨੂੰ ਰਾਜ਼ ਦੱਸੇ ਜਾਂਦੇ ਆ। the verse is very ਜਿਹੜੀ ਆਇਤ ਆ ਉਹ ਬਹੁਤ ਹੀ it says that when ਜਿਹੜੀ ਆਇਤ ਆ ਬਹੁਤ ਹੀ ਪਿਆਰੀ ਤਰ੍ਹਾਂ ਲਿਖੀ ਗਈ। ਜਿਹੜੇ ਚੇਲੇ ਸੀਗੇ ਉਹਨਾਂ ਨੇ ਪੁੱਛਿਆ ਕਿ ਪ੍ਰਾਈਵੇਟਲੀ ਕਿ ਤੂੰ ਇਸ ਤਰ੍ਹਾਂ ਕਰਦਾ ਆ। ਮੱਤੀ ਦੀ ਅੰਜੀਲ 17:19 ਵਿੱਚ ਲਿਖਿਆ ਹੈ, ਤਦ ਚੇਲੇ ਉਹਦੇ ਕੋਲ ਆਏ ਅਕੇਲੇ ਦੇ ਵਿੱਚ ਔਰ ਉਹਨਾਂ ਨੇ ਉਹਨੂੰ ਪੁੱਛਿਆ ਅਸੀਂ ਕਿਉਂ ਨਹੀਂ ਇਸ ਨੂੰ ਕੱਢ ਸਕੇ, ਕਿਉਂ ਨਹੀਂ ਅਸੀਂ ਇਸ ਭੂਤ ਨੂੰ ਕੱਢ ਸਕੇ। ਤੁਸੀਂ ਦੇਖ ਰਹੇ ਹੋ ਕਿ ਜਿਹੜੇ ਚੇਲੇ ਸੀਗੇ ਉਹ ਭੂਤ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਉਹ ਨਹੀਂ ਕੱਢ ਪਾਉਂਦੇ। ਜਦੋਂ ਯਿਸੂ ਉਹਨਾਂ ਕੋਲ ਆਉਂਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਕਿ ਹੇ ਛੋਟੇ ਵਿਸ਼ਵਾਸ ਵਾਲੇ, ਜਦ ਤੱਕ ਮੈਂ ਤੁਹਾਡੇ ਨਾਲ ਕਦ ਤੱਕ ਰਹਾਂਗਾ। ਮੱਤੀ 17:17 ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਬਿਨਾਂ ਵਿਸ਼ਵਾਸ ਦੇ ਜਨਰੇਸ਼ਨ
ਯਿਸੂ ਉਹਨਾਂ ਨੂੰ ਆਣ ਕੇ ਕਹਿੰਦਾ ਹੈ ਕਿ ਤੁਹਾਡੇ ਕੋਲ ਵਿਸ਼ਵਾਸ ਦੀ ਥੋੜ ਆ, ਤੁਸੀਂ ਦਿਮਾਗ ਤੁਹਾਡੇ ਠੀਕ ਨਹੀਂ ਗਏ, ਮੈਂ ਕਦ ਤੱਕ ਤੁਹਾਡੇ ਨਾਲ ਰਹੂੰਗਾ, Okay, go on. ਮੈਂ ਕਦ ਤੱਕ ਤੁਹਾਡੇ ਨਾਲ Bear now is becoming a ਤੁਹਾਡੇ ਨਾਲ ਰਹੂੰਗਾ, ਤੁਹਾਡਾ ਭਾਰ ਚੱਕਾਂਗਾ। ਉਹਨਾਂ ਵੱਲ, ਆਪਣੇ ਚੇਲਿਆਂ ਵੱਲ ਦੇਖ ਰਿਹਾ ਹੈ ਕਿ ਉਹ ਸਿਚੁਏਸ਼ਨ ਨੂੰ ਸੋਲਵ ਨਹੀਂ ਕਰ ਪਾ ਰਹੇ, ਔਰ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਤੁਹਾਡਾ ਵਿਸ਼ਵਾਸ ਤੋੜ ਆਇਆ, ਤੁਹਾਡੇ ਕੋਲ ਵਿਸ਼ਵਾਸ ਨਹੀਂ ਆ। ਯਿਸੂ ਉਹਨਾਂ ਨੂੰ ਦੇਖਦਾ ਹੈ ਕਿ ਤੁਹਾਡੇ ਕੋਈ ਗੱਲ ਨਹੀਂ ਹੋ ਰਹੀ, ਤੁਹਾਡੇ ਕੋਲ ਵਿਸ਼ਵਾਸ ਨਹੀਂ ਗਾ, ਤੁਹਾਡੀ ਜਿਹੜੀ ਸੋਚ ਹੈ ਉਹ ਠੀਕ ਨਹੀਂ ਗੀ, ਔਰ ਉਹ ਕਹਿੰਦਾ ਹੁਣ ਮੇਰੇ ਕੋਲ ਲੈ ਕੇ ਆਵੋ। public ਇਹ ਪਬਲਿਕ ਇਨਫੋਰਮੇਸ਼ਨ ਆ। ਹੁਣ in private something. ਹੁਣ ਪ੍ਰਾਈਵੇਟ ਵਿੱਚ ਕੁਛ ਹੁੰਦਾ ਆ, ਪ੍ਰਾਈਵੇਟਲੀ ਉਸਨੂੰ ਆਣ ਕੇ ਪੁੱਛਦੇ ਆ, ਚੇਲੇ ਯਿਸੂ ਕੋ ਆਉਂਦੇ ਆ ਪ੍ਰਾਈਵੇਟਲੀ ਔਰ ਕਹਿੰਦੇ ਆ ਅਸੀਂ ਕਿਉਂ ਉਸ ਬੁਰੀ ਆਤਮਾ ਨੂੰ ਕੱਢ ਨਹੀਂ ਪਾਏ। ਇਸ ਕਰਕੇ Just few verses ਪਿਛਲੇ ਕੁਝ ਐਤਾਂ ਵਿੱਚ ਉਹਨਾਂ ਨੂੰ ਝਿੜਕ ਰਿਹਾ ਸੀਗਾ ਔਰ ਕਹਿ ਰਿਹਾ ਸੀਗਾ ਕਿ ਕਿਉਂ ਤੁਹਾਡੇ ਕੋ ਕਿਉਂ ਨਹੀਂ ਕੱਢ ਹੋਇਆ। public is saying this is ਪਬਲਿਕ ਕਹਿੰਦੀ ਆ, in private they pursue ਪਬਲਿਕ ਦੇ ਸਾਹਮਣੇ ਉਹ ਕਹਿੰਦਾ ਕਿ ਤੁਸੀਂ ਇਸ ਕਰਕੇ ਨਹੀਂ ਕੱਢ ਪਾਏ ਕਿਉਂਕਿ ਤੁਹਾਡਾ ਵਿਸ਼ਵਾਸ ਨਹੀਂਗਾ। ਲੇਕਿਨ ਪ੍ਰਾਈਵੇਟਲੀ master just rebuke me that I don't have faith. ਪ੍ਰਾਈਵੇਟਲੀ ਉਹਨਾਂ ਨੇ ਆਪਣੇ ਮਾਸਟਰ ਕੋਲ ਜਾ ਕੇ ਪੁੱਛਿਆ, ਉਹਨਾਂ ਨੇ ਪੁੱਛਿਆ ਜਾ ਕੇ, ਉਹਨਾਂ ਨੇ ਛੱਡਿਆ ਨਹੀਂ। ਉਹ ਕਹਿੰਦੇ ਕਿ ਮੈਨੂੰ ਆਪਣੇ ਮਾਸਟਰ ਕੋਲ ਜਾ ਕੇ ਪੁੱਛਣਾ ਆ ਕਿ ਕਿਉਂ ਨਹੀਂ ਮੈਂ ਕੱਢ ਪਾਇਆ। Because that's what the verse we ਔਰ ਇਹੀ ਅਸੀਂ ਆਇਤ ਨੂੰ ਪੜ੍ਹਿਆ ਕਿ ਜਿਹੜੇ ਸਖਤ ਦਿਮਾਗ ਨੇ ਉਹ ਪਰਮੇਸ਼ਰ ਦੀ ਮਹਿਮਾ ਨੂੰ ਨਹੀਂ ਦੇਖ ਪਾਉਂਦੇ। see the glory the way you're supposed ਇਸ ਲਈ ਜਦੋਂ ਤੁਸੀਂ ਮਹਿਮਾ ਨੂੰ ਨਹੀਂ ਦੇਖ ਪਾਉਂਦੇ ਕਿਉਂਕਿ ਤੁਹਾਡਾ ਦਿਮਾਗ ਜਿਹੜਾ ਆ ਉਹ ਠੀਕ ਨਹੀਂ ਆ। fed with too ਜਦੋਂ ਤੁਹਾਡਾ ਦਿਮਾਗ ਜਿਹੜਾ ਆ ਬਹੁਤ everybody and anybody to speak. ਤੁਸੀਂ ਕਿਸੇ ਨੂੰ ਵੀ ਆਪਣੇ ਜੀਵਨ ਵਿੱਚ ਬੋਲਣ ਦਿੰਦੇ ਆ, ਹੁਣ ਤੁਹਾਡਾ ਦਿਮਾਗ ਜੋ ਆ ਉਹ ਖਰਾਬ ਹੋਇਆ, ਹੁਣ ਤੁਸੀਂ ਦੇਖ ਨਹੀਂ ਪਾ ਰਹੇ। ਇਸ ਕਰਕੇ Saying they pursue him ਉਸਨੇ ਚੇਲਿਆਂ ਨੇ ਦੁਬਾਰਾ ਉਹਦੇ ਕੋਲ ਗਏ because they start sulking. ਔਰ ਦੁਬਾਰਾ ਉਹਦੇ ਕੋਲ ਗਏ। ਉਹ ਹੋ ਸਕਦਾ ਕਿ ਉਹ ਗੁੱਸੇ ਹੋ ਗਏ ਹੁਣ, ਉਹ ਹੋ ਸਕਦਾ ਹੈ ਕਿ ਉਹ ਚਰਚ ਨੂੰ ਛੱਡਣਾ ਮੰਗਦੇ, ਜਾਂ ਉਹ ਕਦੀ ਵੀ ਉਹਦੇ ਕੋਲ ਵਾਪਸ ਨਾ ਜਾਂਦੇ ਔਰ ਪੁੱਛਦੇ ਕਿ ਮਾਸਟਰ ਕੀ ਹੋਇਆ ਸੀਗਾ, ਸਾਡੇ ਕੋਲ ਕਿਹੜੀ ਗਲਤੀ ਹੋਈ ਸੀ। ਤੁਸੀਂ ਦੇਖੋਗੇ ਕਿ ਜਦੋਂ ਜਿੰਨੇ ਲੋਕੀ ਗਵਾਚੇ ਹੁੰਦੇ ਆ ਚਰਚ ਤੋਂ, ਗੁੱਸੇ ਹੋ ਜਾਂਦੇ ਆ, ਉਹ ਇਸ ਕਰਕੇ ਕਿਉਂਕਿ ਉਹ ਦੁਬਾਰਾ ਚਰਚ ਵਿੱਚ ਵਾਪਸ ਨਹੀਂ ਆਉਂਦੇ। ਉਹ ਕਹਿੰਦੇ ਕਿ ਸਾਨੂੰ ਚਰਚ ਵਿੱਚ ਕੁਛ ਨਹੀਂ ਲੱਭਿਆ, ਅਸੀਂ ਵਾਪਸ ਚੱਲੇ ਆ। Enemy will make sure to tell them, don't go to them. ਔਰ ਇਸ ਕਰਕੇ ਜੋ ਦੁਸ਼ਮਣ ਆ ਉਹਨਾਂ ਦੇ ਦਿਮਾਗਾਂ ਦੇ ਨਾਲ ਗੱਲ ਕਰਦਾ ਔਰ ਕਹਿੰਦਾ ਹੈ ਕਿ ਤੁਹਾਨੂੰ ਕਨਫਿਊਜ਼ਨ ਆ, ਤੁਹਾਨੂੰ ਚਰਚ ਆਉਣ ਦੀ ਲੋੜ ਨਹੀਂ, ਤੁਹਾਨੂੰ ਪਾਸਟਰ ਕੋਲ ਜਾਣ ਦੀ ਲੋੜ ਨਹੀਂ ਗੀ, ਤੁਹਾਨੂੰ ਇਸ ਬਾਰੇ ਕੋਈ ਗੱਲ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਬਹੁਤ ਸਾਰੇ ਅਸੀਂ ਲੈਵਲ 1 ਦੇ ਵਿੱਚ, ਲੇਕਿਨ ਅਸੀਂ ਦੂਸਰੇ ਲੈਵਲ ਦੇ ਵਿੱਚ, ਜਦੋਂ ਦੂਸਰੇ ਲੈਵਲ 'ਤੇ ਜਾਂਦੇ ਆ ਤਾਂ ਸਾਡੇ ਕੋਲ ਇੱਕ ਚਾਹ ਹੁੰਦੀ ਆ ਕਿ ਅਸੀਂ ਹੋਰ ਇਨਫੋਰਮੇਸ਼ਨ ਲਈਏ। That is how you go from. ਔਰ ਉਦੋਂ ਤੁਸੀਂ ਮਹਿਮਾ ਤੋਂ ਮਹਿਮਾ ਤੱਕ ਜਾਂਦੇ ਆ। So then what did ਯਿਸੂ ਨੇ ਕੀ ਕਿਹਾ ਦੂਸਰੀ ਵਾਰੀ? ਉਸਨੇ ਉਹਨਾਂ ਨੂੰ ਕਿਹਾ 20 ਐਤ ਵਿੱਚ, ਕਿਉਂਕਿ ਤੁਹਾਡਾ ਥੋੜਾ ਵਿਸ਼ਵਾਸ ਹੈ। ਮੈਂ ਦੱਸਦਾ ਹਾਂ ਕਿ ਜੇ ਤੁਹਾਡਾ ਸੱਚੀ ਵਿਸ਼ਵਾਸ ਹੋਵੇ, ਥੋੜਾ ਵਿਸ਼ਵਾਸ ਹੋਵੇ, ਤੁਸੀਂ ਇਸ ਰਾਈ ਦੇ ਦਾਣੇ ਨੂੰ ਕਹੋ ਔਰ ਇਸ ਪਹਾੜ ਨੂੰ ਕਹੋ ਕਿ ਇੱਥੋਂ ਹਟ ਜਾਵੇ, ਉਹ ਇੱਥੋਂ ਹਟ ਜਾਵੇਗਾ ਔਰ ਤੁਹਾਡੇ ਵਾਸਤੇ ਕੁਝ ਵੀ ਸੰਭਵ ਨਹੀਂ ਹੋਵੇਗਾ। ਔਰ 21 ਐਤ ਵਿੱਚ ਇਸ ਲਈ ਲਿਖਿਆ ਹੈ ਕਿ ਇਸ ਤਰ੍ਹਾਂ ਦੀ ਬੁਰੀ ਆਤਮਾ ਇਸ ਤਰ੍ਹਾਂ ਪ੍ਰਾਰਥਨਾ ਔਰ ਰੋਜ਼ਿਆਂ ਦੇ ਨਾਲ ਹੀ ਜਾਂਦੀ ਆ। Jesus is talking about faith. ਯਿਸੂ ਮਸੀਹ ਵਿਸ਼ਵਾਸ ਦੇ ਉੱਤੇ ਗੱਲ ਕਰ ਰਿਹਾ ਹੈ। And then when they pushed, ਉਸਨੇ now he's saying, okay, faith is ਉਸਨੇ ਕਿਹਾ ਜੇ ਤੁਹਾਡਾ ਵਿਸ਼ਵਾਸ ਹੋਊਗਾ ਰਾਈ ਦੇ ਦਾਣੇ ਜਿੰਨਾ, ਤੁਸੀਂ ਪਹਾੜ ਨੂੰ ਹਟਾ ਸਕਦੇ ਆ। because they asked this, ਕਿਉਂਕਿ ਉਹਨਾਂ ਨੇ ਦੂਸਰੀ ਵਾਰੀ ਪੁੱਛੇ, more information is added to the ਹੋਰ ਜ਼ਿਆਦਾ ਇਨਫੋਰਮੇਸ਼ਨ ਐਡ ਕੀਤੀ ਗਈ। ਉਹਨਾਂ ਨੇ ਕਿਹਾ that is also, ਕਿ ਉਸਨੇ ਕਿਹਾ ਕਿ ਵਿਸ਼ਵਾਸ ਚਾਹੀਦਾ ਆ, but it is not ਲੇਕਿਨ ਇਹ ਪੂਰਾ ਸੱਚ ਨਹੀਂਗਾ। why the next ਇਸ ਤੇ ਜੋ says ਅਗਲਾ ਵਚਨ ਉਸਨੇ ਕਿਹਾ, adding now to what he's already teaching them is saying, ਉਸਨੇ ਕਿਹਾ ਪ੍ਰਾਰਥਨਾ ਔਰ ਰੋਜ਼ ਦੇ ਦੁਆਰਾ। majority of ਬਹੁਤ ਮੈਜੋਰਿਟੀ ਆਫ ਲੋਕ ਜਿਹੜੇ ਆ that first
ਪਹਿਲੇ ਇਨਫੋਰਮੇਸ਼ਨ ਦੇ ਨਾਲ ਉਹਨੂੰ ਨੱਠ ਜਾਂਦੇ ਆ, ਲੇਕਿਨ they have not considered ਉਹਨਾਂ ਨੇ ਕੰਸੀਡਰ ਨਹੀਂ ਕੀਤਾ ਕਿ ਦੂਸਰੀ ਲੈਵਲ ਦੀ ਇਨਫੋਰਮੇਸ਼ਨ ਨੂੰ ਅਸੀਂ ਪੜ੍ਹੀਏ। so they get one ਉਹ ਇੱਕ ਡਾਇਮੈਂਸ਼ਨ ਲੈਂਦੇ ਆ ਗਿਆਨ ਦੀ, realizing there are ਲੇਕਿਨ ਉਹ ਰਿਅਲਾਈਜ਼ ਨਹੀਂ ਕਰਦੇ ਕਿ ਹੋਰ ਵੀ ਕਿੰਨੇ ਜ਼ਿਆਦਾ ਉਸ ਦੇ ਨਾਲ ਗੱਲਾਂ ਅਟੈਚਡ ਆ ਕਿ ਉਸ ਇਸ਼ੂ ਨੂੰ ਸੋਲਵ ਕਰਨ ਦੇ ਵਾਸਤੇ। ਜੇ ਤੁਸੀਂ ਮਹਿਮਾ ਦਾ ਰਲਮ ਦੇ ਬਾਰੇ ਗੱਲ ਕਰੀਏ, ਜੇ ਅਸੀਂ ਕਹਿੰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਅੱਗੇ ਵੱਧ ਸਕਦੇ ਹਾਂ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ, ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਅਸੀਂ ਕਿੱਦਾਂ ਅੱਗੇ ਵੱਧ ਸਕਦੇ ਹਾਂ, ਪਰਮੇਸ਼ਵਰ ਦਾ ਕਿੱਦਾਂ ਅਸੀਂ ਪਿੱਛਾ ਕਰ ਸਕਦੇ ਹਾਂ, ਸਾਨੂੰ ਪਵਿੱਤਰ ਆਤਮਾ ਨੂੰ ਪੁੱਛਣ ਦੀ ਲੋੜ ਹੈ ਕਿ ਪ੍ਰਭੂ ਸਾਨੂੰ ਉਹ ਦਿਖਾ ਜੋ ਅਸੀਂ ਨਹੀਂ ਦੇਖ ਪਾ ਰਹੇ। when you ask is ਫਿਰ ਤੁਸੀਂ ਪੁੱਛਦੇ ਆ do we get it by ਕਿ ਅਸੀਂ ਦਇਆ ਦੇ ਨਾਲ of a pursuit ਸਾਨੂੰ ਉਹ ਚੀਜ਼ਾਂ ਮਿਲਦੀਆਂ ਜਾਂ ਇਸ ਕਰਕੇ ਮਿਲਦੀਆਂ ਆ ਕਿ ਅਸੀਂ ਪਰਮੇਸ਼ਰ ਦਾ ਪਿੱਛਾ ਕੀਤਾ। ਇਹ ਦੋਨਾਂ ਦਾ ਕਰਕੇ ਮਿਲਦੀਆਂ ਆ, ਚਾਹੇ ਅਸੀਂ ਜਿੰਨਾ ਮਰਜ਼ੀ ਪਿੱਛਾ ਕਿਉਂ ਨਾ ਕਰੀਏ, ਲੇਕਿਨ ਉਹਦੀ ਦਇਆ ਜਿਹੜੀ ਆ ਉਹ ਜ਼ਰੂਰੀ ਆ। ਉਹਦੀ ਦਇਆ ਵੀ ਜਿਹੜੀ ਹੈ ਜਿਹੜੀ ਸਾਨੂੰ ਉਹਦੀ ਮਹਿਮਾ ਦਿਖਾਉਣ ਦੇ ਵਿੱਚ ਸਾਨੂੰ ਅੱਗੇ ਲੈ ਕੇ ਜਾਂਦੀ ਆ। ਦੂਸਰੇ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਮੰਗੋ ਤੇ ਦਿੱਤਾ ਜਾਵੇਗਾ, ਮੰਗੋ ਤੇ ਦਿੱਤਾ ਜਾਵੇਗਾ। that's one line is what people ਇੱਕ ਲਾਈਨ ਹੈ ਜਿਸ ਨੂੰ ਲੋਕੀ ਦੇਖਦੇ ਆ, and then they are ਫਿਰ ਉਹ ਡਿਸਅਪੁਆਇੰਟ ਹੋ ਜਾਂਦੇ ਆ ਕਿ ਯਿਸੂ ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਨਹੀਂ ਦੇ ਰਿਹਾ। ਕਿਉਂ? because they ਕਿਉਂਕਿ ਉਹਨਾਂ ਕੋਲ ਗਿਆਨ ਆ but they don't have ਲੇਕਿਨ ਉਹਨਾਂ ਕੋਲ ਸਮਝ ਨਹੀਂ ਆ। ਇਸ ਕਰਕੇ ਜਦੋਂ ਅਸੀਂ ਦੇਖਦੇ ਹਾਂ, looking ਜਦੋਂ ਅਸੀਂ ਡੂੰਘਾਈ ਦੇ ਵਿੱਚ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਕਿ ਅਸੀਂ ਕੀ ਸਾਨੂੰ ਕੀ ਨਹੀਂ yes that was public ਕਿ ਸਾਨੂੰ ਕੀ ਨਹੀਂ ਸਮਝ ਆ ਰਿਹਾ ਕਿ ਯਿਸੂ ਮਸੀਹ ਨੇ ਖੁਦ ਕਿਹਾ ਸੀਗਾ ਕਿ ਵਿਸ਼ਵਾਸ ਦੇ ਨਾਲ that are knocking ਤੁਸੀਂ ਵਿਸ਼ਵਾਸ ਦਾ ਕਰਕੇ ਇਸ ਨੂੰ ਕੱਢ ਨਹੀਂ ਪਾਏ, ਲੇਕਿਨ ਇੱਕ ਪ੍ਰਾਈਵੇਟ ਇਨਫੋਰਮੇਸ਼ਨ ਸੀਗੀ ਕਿ ਜਿਹੜੇ ਲੋਕੀ ਬਾਰ-ਬਾਰ ਖਟਖਟਾ ਰਹੇ ਸੀਗੇ ਦਰਵਾਜ਼ਾ, ਉਹਨਾਂ ਦੇ ਕੋਲ ਐਕਸਟਰਾ ਇਨਫੋਰਮੇਸ਼ਨ ਸੀਗੀ ਜੋ ਕਿ ਆਰਡੀਨਰੀ ਬਲੀਵਰ ਕੋ ਨਹੀਂ ਸੀਗੀ, ਜੋ ਕਿ ਉਹਨਾਂ ਨੂੰ ਰਿਜ਼ਲਟ ਲੈ ਕੇ ਆ ਸਕਦੀ ਆ, ਕਿ ਜੋ ਕਿ ਹੋਰ ਕਿਸੇ ਕੋ ਨਹੀਂ ਗਾ, ਉਹਨਾਂ ਦੇ ਪਰਿਵਾਰ ਦੇ ਵਿੱਚ, ਉਹਨਾਂ ਦੇ ਸ਼ਹਿਰ ਦੇ ਵਿੱਚ ਹੋਰ ਕਿਸੇ ਕੋ ਨਹੀਂ ਗਾ। I pray ਮੇਰੀ ਪ੍ਰਾਰਥਨਾ ਆ you would be ushered ਕਿ ਤੁਸੀਂ to that ਉਸ ਲੈਵਲ ਤੇ ਪਹੁੰਚੋ ਆਪਣੇ ਘਰ ਦੇ ਵਿੱਚ। ਤੁਹਾਡੇ ਵਾਸਤੇ ਪੋਸੀਬਲ ਹੈ ਪਰਮੇਸ਼ਰ ਦੇ ਬੱਚੋ, ਤੁਹਾਡੇ ਇਹ ਪੋਸੀਬਲ ਆ ਉਸ ਲੈਵਲ ਤੇ ਪਹੁੰਚਣਾ। ਸਿਰਫ ਇਹ ਜ਼ਰੂਰੀ ਆ ਕਿ ਤੁਸੀਂ ਉਹ ਬਣ ਜਾਵੋ, ਇੱਕ ਜ਼ਿੱਦੀ ਬਣ ਜਾਵੋ ਆਪਣੇ ਵਿਸ਼ਵਾਸ ਦੇ ਵਿੱਚ, stubborn in your ਔਰ ਆਪਣੇ ਜ਼ਿੱਦੀ ਬਣ ਜਾਵੋ ਕਿ ਮੈਂ ਹੋਰ ਸਮਝ ਲੈਣੀ ਆ ਪ੍ਰਭੂ ਦੀ। I've got the first ਤੁਸੀਂ ਕਹੋ ਕਿ ਮੇਰੇ ਕੋਲ ਪਹਿਲਾ ਜਵਾਬ ਹੈਗਾ ਆ, ਲੇਕਿਨ ਮੇਰੇ ਕੋਲ ਕੀ ਨਹੀਂ ਦਿਸ ਰਿਹਾ ਹੈਗਾ। ਬਹੁਤ ਸਾਰੇ ਲੋਕ that I have seen make ਬਹੁਤ ਸਾਰੇ ਲੋਕ ਜੋ ਬਹੁਤ ਵੱਡੇ ਗਲਤੀਆਂ ਕਰਦੇ ਆ, a world of ਉਹ ਉਹਨਾਂ ਨੂੰ ਵਿਜ਼ਨਸ ਮਿਲਦੇ ਆ, ਪ੍ਰੋਫੈਸੀ ਮਿਲਦੀਆਂ ਆ, ਔਰ ਉਹ ਸਿਰਫ ਇੱਕ ਚੀਜ਼ ਨੂੰ ਦੇਖਦੇ ਆ। they don't see what ਉਹ ਇਹ ਨਹੀਂ ਦੇਖਦੇ like you talk about when you're driving ਜਦੋਂ ਤੁਸੀਂ ਡਰਾਈਵ ਕਰਦੇ ਆ ਕਾਰ ਨੂੰ, you put your ਤੁਸੀਂ ਆਪਣਾ ਇੰਡੀਕੇਟਰ ਦੇਖਦੇ ਹੋ, ਤੁਸੀਂ ਉਸ ਨੂੰ ਲਗਾਉਂਦੇ ਹੋ, ਤੁਸੀਂ ਰਿਵਰ ਵਿਊ ਵਿੱਚ ਦੇਖਦੇ ਹੋ, ਤੁਸੀਂ ਦੇਖਦੇ ਆ somebody honking because you miss ਕਿਉਂਕਿ ਜਿੱਦਾਂ ਤੁਸੀਂ ਮੁੜਨ ਦੀ ਕੋਸ਼ਿਸ਼ ਕਰਦੇ ਹੋ ਪਿੱਛੋਂ ਦੀ ਹੌਂਕ ਆਉਂਦਾ ਕਿਉਂਕਿ ਤੁਸੀਂ ਉਸ ਨੂੰ ਮਿਸ ਕਰ ਦਿੱਤਾ, through the ਕਿਉਂਕਿ ਤੁਸੀਂ ਦੇਖਿਆ ਤੁਸੀਂ ਪਿਛਲੇ ਸ਼ੀਸ਼ੇ ਵਿੱਚ ਦੇਖਿਆ ਲੇਕਿਨ ਤੁਸੀਂ ਸਾਈਡ ਵਿਊ ਦੇ ਵਿੱਚ ਨਹੀਂ ਦੇਖਿਆ, ਤੁਸੀਂ ਬਲਾਈਂਡ ਸਪਾਟ ਨੂੰ ਮਿਸ ਕਰ ਦਿੱਤਾ। ਇਹ ਵੀ ਬਲਾਈਂਡ ਸਪਾਟ ਨੇ ਪਰਮੇਸ਼ਵਰ ਦੇ ਰਾਜ ਦੇ ਵਿੱਚ ਜਿਹੜੇ ਕਿ ਸਾਨੂੰ ਰੋਕਦੇ ਨੇ ਕਿ ਅਸੀਂ ਮਹਿਮਾ ਦੇ ਅੱਗੇ ਨਾ ਵਧੀਏ, ਔਰ ਅਸੀਂ ਇੱਕੋ ਹੀ ਲੈਵਲ ਤੇ ਰਹਿੰਦੇ ਆ, ਅਸੀਂ ਦੂਸਰੇ ਲੈਵਲ ਤੇ ਨਹੀਂ ਪਹੁੰਚਦੇ। ਐਗਜ਼ਾਮਪਲ ਦੀ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਮੰਗਦਾ ਹਾਂ, you can go to ਮੈਂ ਤੁਹਾਨੂੰ ਇਹ ਦੱਸਦਾ ਹਾਂ if I tell you mama has ਕਿ ਮਮਾ ਦੇ ਕੋਲ ਕੁਕੀਜ਼ ਆ, ਤੁਹਾਨੂੰ ਕੁਕੀਜ਼ ਉਹ ਜਨਰਸ ਵੂਮਨ ਹੈ, ਤੁਸੀਂ ਉਹਦੇ ਕੋਲ ਜਾ ਕੇ ਪੁੱਛ ਸਕਦੇ ਹੋ ਕੁਕੀਜ਼ ਦੇ ਵਾਸਤੇ। for you to ask do you have an address ਤੁਹਾਨੂੰ ਉਹਦੇ ਕੋਲ ਜਾ ਕੇ ਪੁੱਛਣ ਦੇ ਵਾਸਤੇ ਕਿ ਤੁਹਾਡੇ ਕੋਲ ਦਾ ਐਡਰੈਸ ਹੈਗਾ ਆ, do you have the permission ਜੇ ਉਹਦਾ ਐਡਰੈਸ ਹੈ ਕਿ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ, now if you have the permission to come to ਜੇ ਹੁਣ ਤੁਹਾਡੇ ਕੋਲ ਪਰਮਿਸ਼ਨ ਆ, you know if we have a dog ਤੁਸੀਂ ਜਾਣਦੇ ਕਿ ਉਹਦੇ ਕੋਲ ਕੁੱਤਾ ਆ। now if you manage to get the door open do you have the audience ਕਿ ਜੇ ਤੁਹਾਡੇ ਕੋਲ you can come to the house and not still ਜੇ ਤੁਸੀਂ ਡੋਰ ਤੇ ਪਹੁੰਚ ਗਏ
ਤੁਸੀਂ ਉਹਦੇ ਦਰਵਾਜ਼ਾ ਖਟਖਟਾਇਆ ਕਿ ਤੁਸੀਂ ਦੇਖਦੇ ਹੋ ਕਿ ਉਹ ਦਰਵਾਜ਼ਾ ਖੋਲ੍ਹੇਗੀ? ਕੀ ਤੁਹਾਡੇ ਕੋ ਕਿ ਕਿੰਨੀ ਜ਼ਿਆਦਾ ਅਸੀਂ ਇੱਕ ਐਡ ਦੇ ਨਾਲ ਅਸੀਂ ਨੱਠਣ ਦੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਦੇਖਦੇ ਹੀ ਨਹੀਂ ਕਿ ਉਸ ਐਡ ਦੇ ਅੰਦਰ ਕਿੰਨੀ ਡੂੰਘਾਈ ਹੈ ਉਸ ਦਰਵਾਜ਼ੇ ਨੂੰ ਖੋਲ੍ਹਣ ਦੇ ਵਾਸਤੇ। ਇਸ ਕਰਕੇ ਜਿਹੜੇ ਲੋਕੀ ਕੁਇਕ ਫਿਕਸ ਮੰਗਦੇ ਆ, ਜਿਹੜੇ ਮੰਗਦੇ ਆ ਕਿ ਪਰਮੇਸ਼ਰ ਦੀ ਮਹਿਮਾ ਦੇ ਨਾਲ ਭਰਿਆ ਹੋਵੇ, ਉਹ ਲੋਕ ਜਿਹੜੇ ਕਿ ਸਬਮਿਟ ਨਹੀਂ ਕਰਦੇ, ਉਹ ਜਿਹੜੇ ਦਿੰਦੇ ਜਿਹੜੇ ਪ੍ਰੋਟੋਕਾਲ ਨਹੀਂ ਫੋਲੋ ਕਰਦੇ, ਜੇ ਉਹ ਅਪਸੈਟ ਹੋ ਜਾਂਦੇ ਨਿੱਕੀ ਗੱਲਾਂ ਤੋਂ, ਉਹ ਸ਼ਾਰਟਕਟ ਮੰਗਦੇ ਆ, ਉਹ ਐਕਸੈਸ ਮੰਗਦੇ ਆ, ਉਹ ਮੰਗਦੇ ਕਿ ਉਹਨਾਂ ਨੂੰ ਬਰਕਤ ਮਿਲੇ, ਲੇਕਿਨ ਉਹ ਤੁਹਾਡਾ ਇੰਤਜ਼ਾਰ ਨਹੀਂ ਕਰਨਾ ਮੰਗਦੇ। ਉਹ ਕੁਇਕ ਫਿਕਸ ਮੰਗਦੇ ਆ ਪਰਮੇਸ਼ਰ ਦੇ ਨਬੀ ਕੋਲੋਂ, ਉਹ ਈਜ਼ੀ ਮੰਗਦੇ ਆ, ਉਹ ਭੁੱਲ ਜਾਂਦੇ ਆ ਸਾਰੀਆਂ ਗੱਲਾਂ ਨੂੰ। ਔਰ ਜਦੋਂ ਉਹਨਾਂ ਨੂੰ ਨਹੀਂ ਸਮਝ ਆਉਂਦੀ ਉਹ ਜਰਨੀ ਦੇ ਬਾਰੇ, ਯਾਤਰਾ ਦੇ ਬਾਰੇ, ਉਹ ਲੋਕ ਆ ਉਹ ਇਹ ਕਹਿੰਦੇ ਕਿ ਇੱਕ ਆਇਤ ਨੂੰ ਫੜ ਕੇ ਬਹਿ ਜਾਂਦੇ ਔਰ ਕਹਿੰਦੇ ਕਿ ਇਹ ਆਇਤ ਤਾਂ ਸਹੀ ਸੀਗੀ ਲੇਕਿਨ ਮੇਰੇ ਨਾਲ ਨਹੀਂ ਹੋਈ, ਇਹਦਾ ਮਤਲਬ ਪਰਮੇਸ਼ਰ ਸਹੀ ਨਹੀਂ ਗਾ। ਕੀ ਪਰਮੇਸ਼ਰ ਸੱਚੀ ਫੇਰ ਨਹੀਂ ਸੀਗਾ ਕਿ ਜਾਂ ਤੁਹਾਨੂੰ ਸਮਝ ਨਹੀਂ ਆਈ ਕਿ ਬਹੁਤ ਸਾਰੇ ਹਜ਼ਾਰਾਂ ਕਰੋੜਾਂ ਜਵਾਨ ਲੋਕੀ ਸੀਗੇ ਜਿਹੜੇ ਇਜ਼ਰਾਈਲ ਲੋਕੀ ਸੀਗੇ, ਲੇਕਿਨ ਸਿਰਫ ਡੈਨੀਅਲ ਹੀ ਸੀਗਾ ਜਿਸਨੂੰ ਅੰਡਰਸਟੈਂਡਿੰਗ ਮਿਲੀ, ਜਿਸਨੂੰ ਸਮਝ ਮਿਲੀ, ਕਿਉਂਕਿ ਉਸਨੇ ਪੁੱਛਿਆ, ਉਸਨੇ ਲੱਭਿਆ, ਉਸਨੇ ਆਪਣੇ ਆਪ ਨੂੰ ਅਲੱਗ ਕੀਤਾ, ਉਸਨੇ ਰੋਜ਼ੇ ਰੱਖੇ। ਅਸੀਂ ਉਹਨਾਂ ਲੋਕਾਂ ਨੂੰ ਨਹੀਂ ਉਹ ਹੋ ਸਕਦੇ ਜਿਹੜੇ ਕਿ ਸ਼ਾਰਟਕਟ ਲੱਭਦੇ ਆ, ਔਰ ਅਸੀਂ ਉਹ ਲੋਕੀ ਨਹੀਂ ਹੋ ਸਕਦੇ ਜਿਹੜੇ ਜ਼ਮੀਨ 'ਤੇ ਡਿੱਗ ਜਾਂਦੇ ਆ, ਰੋਲ ਕਰਦੇ ਔਰ ਕਹਿੰਦੇ ਆ ਉਹ ਬਸ ਹੋ ਗਿਆ। ਲੇਕਿਨ ਇੱਕ ਯਾਤਰਾ ਆ ਤੁਹਾਨੂੰ, ਤੁਸੀਂ ਸ਼ਾਰਟਕਟ ਨਹੀਂ ਕਰ ਸਕਦੇ। ਇਹ ਯਾਤਰਾ ਹੈ ਪਰਮੇਸ਼ਵਰ ਦੇ ਵਿੱਚ। ਸਾਨੂੰ ਆਪਣੇ ਆਪ ਨੂੰ ਦੇਖਣ ਦੀ ਲੋੜ ਹੈ ਔਰ ਦੇਖਣ ਕਿ ਕਿਉਂ ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਕਿਉਂ ਨਹੀਂ ਤੁਰਦੇ। ਇਸ ਕਰਕੇ ਨਹੀਂ ਕਿ ਪਰਮੇਸ਼ਵਰ ਨੇ ਸਾਨੂੰ ਨਹੀਂ ਦਿੱਤੀ, ਅਸੀਂ ਬਲਕਿ ਇਸ ਕਰਕੇ ਕਿ ਅਸੀਂ ਬਹੁਤ ਹੀ ਜ਼ਿਆਦਾ ਸਲਾਹਣ ਵਾਲੀ ਜਨਰੇਸ਼ਨ ਬਣ ਗਏ। ਅਸੀਂ ਪ੍ਰੋਸੈਸ ਨੂੰ ਸਕਿਪ ਕਰ ਜਾਂਦੇ ਹਾਂ। ਜਦੋਂ ਤੁਸੀਂ ਦੇਖਦੇ ਆ ਜਿਹੜੇ ਠੰਡੇ ਗਰਮ ਸਰਦ ਵਿਸ਼ਵਾਸੀ ਹੁੰਦੇ ਆ, ਉਹ ਬਹੁਤ ਹੀ ਖਤਰਨਾਕ ਸੰਸਥਾ ਆ ਸਾਡੇ ਵਾਸਤੇ। ਸਾਡੇ ਕੋ ਸਾਰਿਆਂ ਕੋਲ ਸ਼ਮਤਾ ਹੈ ਕਿ ਅਸੀਂ ਗਰਮ ਸਰਦ ਬਣ ਜਾਈਏ। ਇੱਕ ਡਿਸਕਰੇਜਮੈਂਟ ਆ ਜੋ ਕਿ ਆ ਕੇ ਤੁਹਾਨੂੰ ਡਿਸਕਰੇਜ ਕਰ ਦੇਵੇ ਔਰ ਤੁਹਾਨੂੰ ਪਰਮੇਸ਼ਰ ਨੂੰ ਨਾ ਲੱਭਣ ਦੇਵੇ। ਜਦੋਂ ਤੁਹਾਡਾ ਅੰਦਰੂਨੀ ਤੁਹਾਡਾ ਇਸ਼ੂ ਹੋਵੇ, ਪਹਿਲੀ ਗੱਲ ਤੁਸੀਂ ਕਰੋਗੇ ਕਿ ਤੁਸੀਂ ਕਹੋਗੇ ਕਿ ਮੈਂ ਨਹੀਂ ਪ੍ਰਭੂ ਦਾ ਵਚਨ ਸੁਣਨਾ, ਮੈਂ ਪ੍ਰਾਰਥਨਾ ਨਹੀਂ ਕਰਨੀ। ਤੁਹਾਡਾ ਆਦਮੀ ਦੇ ਨਾਲ, ਆਪਣੇ ਆਦਮੀ ਨਾਲ ਝਗੜਿਆ ਹੋਇਆ ਹੁੰਦਾ ਹੈ, ਲੇਕਿਨ ਤੁਸੀਂ ਪਾਦਰੀ ਦੇ ਉੱਤੇ ਆਪਣਾ ਗੁੱਸਾ ਕੱਢਦੇ ਆ ਕਿਉਂਕਿ ਸ਼ੈਤਾਨੀ ਸ਼ਕਤੀਆਂ ਇਨਵੋਲਵਡ ਆ, ਕਿਉਂਕਿ ਸ਼ੈਤਾਨ ਮੰਗਦਾ ਕਿ ਜਿਹੜੀ ਜੀਵਨ ਦੇ ਨਾਲ ਉਹ ਕਨੈਕਟ ਹੁੰਦੇ ਉਸਨੂੰ ਗਲਤ ਕੱਟਿਆ ਜਾਵੇ, ਕਿਉਂਕਿ ਇੱਕ ਜੋ ਜ਼ਿੰਦਾ ਪੱਥਰ ਆ ਉਹ ਇਸ ਕਰਕੇ ਜ਼ਿੰਦਾ ਪੱਥਰ ਹੈ ਕਿਉਂਕਿ ਉਹ ਜ਼ਿੰਦਾ ਪੱਥਰ ਦੇ ਨਾਲ ਕਨੈਕਟ ਆ। ਔਰ ਜ਼ਿੰਦਾ ਪੱਥਰ ਇਸ ਲਈ ਜ਼ਿੰਦਾ ਪੱਥਰ ਦੇ ਨਾਲ ਕਨੈਕਟ ਹੈ ਕਿਉਂਕਿ ਉਹ ਕਾਰਨਰ ਸਟੋਰ ਦਾ ਸਭ ਤੋਂ ਵੱਡਾ ਪੱਥਰ ਹੈ, ਉਹਦੇ ਦੇ ਨਾਲ ਕਨੈਕਟ ਹੈ। ਅਸੀਂ ਇੱਕ ਦੂਜੇ ਦੇ ਨਾਲ ਕਨੈਕਟ ਹੋ ਕੇ ਅਸੀਂ ਜੀਂਦੇ ਪੱਥਰ ਆ। ਉਹ ਕਨੈਕਸ਼ਨ ਹੈ ਜਿਹਦਾ ਕਰਕੇ ਜੀਵਨ ਅੱਗੇ ਵੱਧਦਾ ਆ ਔਰ ਇਸ ਕਰਕੇ ਰੋਸ਼ਨੀ ਅੱਗੇ ਆਉਂਦੀ ਆ। ਜਦੋਂ ਤੁਸੀਂ ਇਸ ਨੂੰ ਦੇਖ ਰਹੇ ਹੋ, ਜੀਵਨ ਤੁਹਾਡੇ ਕੋਲ ਆ ਰਿਹਾ, ਸਮਝ ਤੁਹਾਡੇ ਕੋਲ ਆ ਰਹੀ ਆ। ਤੁਹਾਡੀ ਜਿਹੜੀ ਬਹੁਤ ਸਾਲਾਂ ਦੀ ਜੋ ਮਿਸਅੰਡਰਸਟੈਂਡਿੰਗ ਸੀ ਉਹ ਕਲੀਅਰ ਹੋ ਰਹੀ ਆ। ਯਿਸੂ ਮਸੀਹ ਤੁਹਾਨੂੰ ਬਹੁਤ ਹੀ
ਵੱਡੀ ਰੋਸ਼ਨੀ ਤੁਹਾਡੇ ਰੂਹ ਦੇ ਵਿੱਚ ਲੈ ਕੇ ਆ ਰਿਹਾ ਆ। ਤੁਸੀਂ ਆਪਣੇ ਰੂਹ ਦੇ ਵਿੱਚ ਵੱਧ ਰਹੇ ਆ, ਤੁਸੀਂ ਆਪਣੇ ਰੂਹ ਦੇ ਵਿੱਚ ਵੱਧ ਰਹੇ ਆ, ਤੁਹਾਡੀ ਰੂਹ ਵੱਧ ਰਹੀ ਆ, ਤੁਹਾਡੀ ਰੂਹ ਵੱਧ ਰਹੀ ਆ। ਔਰ ਮੈਨੂੰ ਮਹਿਸੂਸ ਹੋ ਰਿਹਾ ਆ ਕਿ ਪਰਮੇਸ਼ਵਰ ਕੁਛ ਕਰ ਰਿਹਾ। ਤੁਹਾਡੀ ਸਮਝ ਦੀ ਜੋ क्षमता ਹੈ ਉਹ ਵੱਧ ਰਹੀ ਆ। ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਸਮਝ ਕੰਮ ਕਰਦੀ ਆ ਪਰਮੇਸ਼ਵਰ ਦੇ ਰਾਜ ਦੇ ਵਿੱਚ। ਔਰ ਤੁਸੀਂ ਦੇਖੋਗੇ, ਤੁਸੀਂ ਐਸਤਰ ਦੇ ਜੀਵਨ ਦੇ ਵਿੱਚ ਦੇਖਦੇ ਹੋ ਜਦੋਂ ਉਹ ਰਾਜੇ ਦੇ ਕੋਲ ਜਾਂਦੀ ਆ। ਔਰ ਸਾਨੂੰ ਇਹ ਪ੍ਰਿੰਸੀਪਲਾਂ ਨੂੰ ਸਮਝਣ ਦੀ ਲੋੜ ਆ, ਇਸ ਸਿਧਾਂਤਾਂ ਨੂੰ ਸਮਝਣ ਦੀ ਲੋੜ ਆ। ਤੁਸੀਂ ਦੇਖਦੇ ਹੋ ਕਿ ਜਦੋਂ ਇਸ ਤੋਂ ਪਹਿਲਾਂ ਕਿ ਉਹ ਰਾਣੀ ਬਣਦੀ, ਤੁਸੀਂ ਦੇਖਦੇ ਹੋ ਜਦੋਂ ਉਸ ਨੂੰ ਤਿਆਰ ਕੀਤਾ ਜਾ ਰਿਹਾ ਸੀਗਾ ਕਿ ਉਹ ਰਾਜੇ ਦੇ ਸਾਹਮਣੇ ਜਾਂਦੀ, ਉਸ ਨੂੰ ਇੰਨੇ ਇਤਰ ਲਗਾਏ ਗਏ ਸੀਗੇ 6 ਮਹੀਨਿਆਂ ਤੱਕ। 6 ਮਹੀਨੇ ਤੱਕ ਉਸ ਨੂੰ ਇਤਰ ਲਗਾਏ ਗਏ ਸੀਗੇ। ਔਰ ਫਿਰ ਉਸ ਤੋਂ ਅਗਲੇ 6 ਮਹੀਨਿਆਂ ਦੇ ਉੱਤੇ ਉਸ ਨੂੰ ਤਰ੍ਹਾਂ ਦੇ ਓਇੰਟਮੈਂਟ ਲਗਾਏ ਗਏ ਸੀਗੇ। 1 ਸਾਲ ਤੁਸੀਂ ਦੇਖਦੇ ਹੋ ਟ੍ਰੇਨਿੰਗ ਕਰ ਰਹੀ ਸੀਗੀ, ਕਿਸ ਤਰ੍ਹਾਂ ਚੱਲਣਾ ਹੈ, ਕਿਸ ਤਰ੍ਹਾਂ ਗੱਲ ਕਰਨੀ ਹੈ, ਕਿਸ ਤਰ੍ਹਾਂ ਕੱਪੜੇ ਪਾਉਣੇ ਆ ਰਾਜੇ ਦੇ ਸਾਹਮਣੇ, ਕਿਸ ਤਰ੍ਹਾਂ ਉਹਦੇ ਮੰਦਿਰ ਦੇ ਅੰਦਰ ਜਾਣਾ ਆ, ਔਰ ਕਿਸ ਤਰ੍ਹਾਂ ਉਹਦੇ ਆਸੇ ਪਾਸੇ ਲੋਕਾਂ ਨੂੰ ਐਡਰੈਸ ਕਰਨਾ ਆ, ਕਦੋਂ ਤੁਸੀਂ ਅੰਦਰ ਜਾ ਸਕਦੇ ਹੋ, ਕਦੋਂ ਨਹੀਂ ਜਾ ਸਕਦੇ। ਸਾਰਾ ਕੁਝ ਜੋ ਇਸ ਕੁੜੀ ਨੂੰ ਸਮਝਾਇਆ ਜਾ ਰਿਹਾ ਸੀਗਾ 12 ਮਹੀਨਿਆਂ ਤੱਕ। ਔਰ ਇੱਥੇ ਮੇਰੇ ਕੋ ਆਇਤ ਹੈਗੀ ਆ ਐਸਤਰ 2:12। ਹੁਣ ਜਦੋਂ ਹਰ ਇੱਕ ਮੇਡ ਦੀ ਟਰਨ ਆਉਂਦੀ ਸੀਗੀ ਕਿ ਉਹ ਸਾਹਮਣੇ ਜਾਵੇ ਰਾਜੇ ਦੇ ਸਾਹਮਣੇ, 12 ਮਹੀਨੇ ਜਦੋਂ ਕਿ ਉਹ ਔਰਤ ਜੋ ਕਿ ਜਾਂਦੀ ਸੀਗੀ 12 ਮਹੀਨੇ ਤੱਕ, ਆਪਣੇ 6 ਮਹੀਨਿਆਂ ਤੱਕ ਉਸਨੂੰ ਤੇਲ ਲਗਾਇਆ ਜਾਂਦਾ ਸਮਰਾ ਦਾ, ਔਰ 6 ਮਹੀਨੇ ਤੱਕ ਉਹਦੇ 'ਤੇ ਖੁਸ਼ਬੂ ਉੰਡੇਲੀ ਜਾਂਦੀ ਸੀਗੀ ਤਾਂ ਕਿ ਉਸਨੂੰ ਪਿਉਰੀਫਾਈ ਕੀਤਾ ਜਾਵੇ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੇਨ ਕਰਦੇ ਸੀਗੇ ਇਸ ਤੋਂ ਪਹਿਲਾਂ ਕਿ ਉਹ ਰਾਜੇ ਦੇ ਕੋਲ ਜਾਣ। ਬਹੁਤ ਹੀ ਡਿਟੇਲਡ ਪ੍ਰੋਸੈਸ ਸੀਗੀ ਕਿਉਂਕਿ ਹਰ ਇੱਕ ਕੋ ਐਕਸੈਸ ਨਹੀਂ ਸੀਗੀ। ਇੱਕ ਇਨਸਾਨੀ ਰਾਜਾ ਸੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਔਰ ਕਾਰਨ ਇਹ ਹੈ ਜੋ ਡੈਨੀਅਲ ਸੀਗਾ ਉਹ 4 ਰਾਜੇ ਦੇ ਸਾਹਮਣੇ ਖੜਾ ਹੋ ਸਕਿਆ ਕਿਉਂਕਿ ਉਹਦੀ ਜਿਹੜੀ ਸਮਝ ਦੀ ਰੋਸ਼ਨੀ ਸੀਗੀ ਉਹ ਬਹੁਤ ਹੀ ਚਮਕਦਾਰ ਸੀਗੀ। ਤੁਸੀਂ ਦੇਖਦੇ ਹੋ ਕਿ ਜਦੋਂ ਤੁਹਾਨੂੰ ਅੰਦਰ ਆਉਣਾ ਹੈ ਉਸ ਜਗ੍ਹਾ ਦੇ ਵਿੱਚ, ਉਸ ਰਾਜ ਦੇ ਵਿੱਚ, ਤੁਸੀਂ ਮੰਗਦੇ ਹੋ ਕਿ ਰਾਜਾ ਜੋ ਆਪਣੀ ਰੋਡ ਨੂੰ ਤੁਹਾਡੇ ਸਾਹਮਣੇ ਅੱਗੇ ਕਰੇ। ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਜਦੋਂ ਰਾਣੀ ਅੰਦਰ ਆਉਂਦੀ ਸੀ, ਕਿਸ ਤਰ੍ਹਾਂ ਆਪਣੇ ਆਪ ਨੂੰ ਸਜਾ ਕੇ ਅੰਦਰ ਆਉਂਦੀ ਸੀ, ਕਿਸ ਤਰ੍ਹਾਂ ਤੁਰਦੀ ਸੀ, ਕਿਉਂਕਿ ਉਸਨੂੰ ਰਾਜੇ ਦੀ ਹਾਂ ਚਾਹੀਦੀ ਸੀਗੀ। ਔਰ ਜਦੋਂ ਆਉਂਦੀ ਸੀਗੀ ਔਰ ਰਾਜਾ ਆਪਣੀ ਜੋ ਲਾਠੀ ਨੂੰ ਅੱਗੇ ਕਰਦਾ ਸੀਗਾ ਔਰ ਰਾਣੀ ਉਸ ਲਾਠੀ ਨੂੰ ਛੂੰਹਦੀ ਸੀਗੀ, ਸਪੈਕਟਰ ਨੂੰ ਛੂੰਹਦੀ ਸੀਗੀ, ਔਰ ਕਿਸ ਤਰ੍ਹਾਂ ਉਸ ਤੋਂ ਬਾਅਦ ਰਾਜਾ ਉਹਦੀ ਗੱਲ ਨੂੰ ਸੁਣਦਾ ਸੀਗਾ। ਹਾਂ, ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਅਸੀਂ ਬੋਲਡਲੀ ਦਲੇਰੀ ਦੇ ਨਾਲ ਆ ਸਕਦੇ ਹਾਂ, ਲੇਕਿਨ ਜਿਹੜੀ ਪ੍ਰੋਸੈਸ ਆ ਉਹ ਉਸ ਤੋਂ ਅਸੀਂ ਬਜਾਏ ਨਹੀਂ ਆ ਸਕਦੇ। ਉਹ ਫਿਰ ਵੀ ਸਾਨੂੰ ਮੰਗਦਾ ਹੈ ਕਿ ਅਸੀਂ ਆਪਣੇ ਆਪ ਨੂੰ ਸ਼ੁੱਧ ਕਰੀਏ। ਜਦੋਂ ਲੜਕਾ ਵਾਪਸ ਆਉਂਦਾ, ਪ੍ਰੋਡਿਗਲ ਸਨ ਵਾਪਸ ਆਉਂਦਾ ਆ, ਪਿਤਾ ਉਸ ਨੂੰ ਜੱਫੀ ਪਾਉਂਦਾ ਹੈ, ਲੇਕਿਨ ਉਸ ਤੋਂ ਬਾਅਦ ਕਹਿੰਦਾ ਆਪਣੇ ਨੌਕਰਿਆਂ ਨੂੰ ਕਿ ਉਸਨੂੰ ਕਹੋ, ਉਸਨੂੰ ਚੰਗੇ ਕੱਪੜੇ ਪਾਓ, ਉਸਨੂੰ ਕਹਿੰਦਾ ਕਿ ਇਹਦੇ ਜੁੱਤੀ ਪਾਓ। ਇੱਕ ਪ੍ਰੋਸੈਸ ਦੇ ਵਿੱਚੋਂ ਜਾਣਾ ਪੈਂਦਾ ਆ। ਪਿਤਾ ਉਸਨੂੰ ਐਕਸੈਪਟ ਕਰਦਾ ਹੈ ਕਿ ਜਦੋਂ ਉਹ ਬੈਕ ਸਲਾਈਡ ਹੋ ਕੇ ਜਦੋਂ ਵਾਪਸ ਆਉਂਦਾ ਬੇਟਾ, ਪਿਤਾ ਉਸਨੂੰ ਐਕਸੈਪਟ ਕਰਦਾ ਆ। ਲੇਕਿਨ ਅਗਲੇ ਦਿਨ ਤੁਸੀਂ ਇੱਕ ਮੂਮੈਂਟ, ਅਗਲੇ ਦਿਨ ਉਹ ਇਮੈਜਿਨ ਕਰੋ ਫਿਰ ਮੁੜ ਕੇ ਉਹ ਸੂਰਾਂ ਦੇ ਵਿੱਚ ਗੰਦਗੀ ਦੇ ਵਿੱਚ ਲਿਟਿਆ ਹੋਵੇ ਔਰ ਆਣ ਕੇ ਅਗਲੇ ਦਿਨ ਉਸਨੂੰ ਆਣ ਕੇ ਕਹੇ ਪਿਤਾ ਨੂੰ ਕਿ ਜਿੱਦਾਂ ਤੂੰ ਮੈਨੂੰ ਕੱਲ੍ਹ ਅਪਣਾਇਆ ਸੀਗਾ ਤੂੰ ਮੈਨੂੰ ਅੱਜ ਵੀ ਅਪਣਾ। ਤਾਂ ਫਿਰ ਪਿਤਾ ਨੂੰ ਆਪਣੇ ਬੇਟੇ ਨੂੰ ਹਸਪੀਟਲ ਦੇ ਵਿੱਚ ਰੱਖਣ ਦੀ ਲੋੜ ਆ ਕਿਉਂਕਿ
ਉਸ ਕਹੇਗਾ ਕਿ ਮੇਰਾ ਬੇਟਾ ਪਾਗਲ ਹੋ ਰਿਹਾ ਆ ਕਿਉਂਕਿ ਇਹਦਾ ਇਹ ਸੈਂਸ ਮੇਕ ਨਹੀਂ ਕਰ ਰਿਹਾ। ਇਸ ਕਰਕੇ ਇੱਕ ਨੀਡ ਸੀਗੀ ਕਿ ਪਰਮੇਸ਼ਵਰ ਸਾਨੂੰ ਲੈਂਦਾ ਆ ਕਿ ਜਿੱਦਾਂ ਅਸੀਂ ਆਉਂਦੇ ਹਾਂ, ਲੇਕਿਨ ਸਾਨੂੰ ਉਸੇ ਤਰ੍ਹਾਂ ਨਹੀਂ ਰਹਿਣਾ ਚਾਹੀਦਾ। ਅਸੀਂ ਉਸ ਤਰ੍ਹਾਂ ਨਹੀਂ ਰਹਿ ਸਕਦੇ। ਇਸ ਲਈ ਸਾਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਦੀ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਰਾਜੇ ਦੇ ਸਾਹਮਣੇ ਆਉਂਦੇ ਹਾਂ। ਬਹੁਤ ਵਾਰ ਜਿਹੜੀ ਪ੍ਰੈਪਰੇਸ਼ਨ ਜਿਹੜੀ ਬਹੁਤ ਜ਼ਿਆਦਾ ਅਸੀਂ ਕਹਿ ਦਿੰਦੇ ਕਿ ਹਾਂ ਪਿਤਾ ਤਾਂ ਮੇਰਾ ਪਰਮੇਸ਼ਵਰ ਆ, ਲੇਕਿਨ ਉਹ ਰਾਜਾਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ ਆ। ਇਸ ਲਈ ਐਸਤਰ ਨੇ ਆਪਣੇ ਆਪ ਨੂੰ 12 ਮਹੀਨੇ ਪ੍ਰਿਪੇਅਰ ਕੀਤਾ, ਤਿਆਰ ਕੀਤਾ। ਇਸ ਲਈ ਇਹ ਉਹਦੇ ਨਾਲ ਵੀ ਕਨੈਕਟਡ ਆ ਕਿ ਜਿਸ ਤਰ੍ਹਾਂ ਮੂਸਾ, ਔਰ ਉਹ ਕਹਿੰਦੇ ਕਿ ਮੂਸਾ ਕਹਿੰਦਾ ਕਿ ਮੈਨੂੰ ਆਪਣੀ ਗਲੋਰੀ ਦਿਖਾ, ਮੈਨੂੰ ਆਪਣੀ ਮਹਿਮਾ ਦਿਖਾ, ਔਰ ਉਸਨੂੰ ਇੱਕ ਵਾਰ ਪੁੱਛਦਾ ਔਰ ਉਸਨੂੰ ਮਿਲ ਜਾਂਦੀ ਆ। ਔਰ ਬਹੁਤ ਵਾਰੇ ਅਸੀਂ ਬੈਠੇ ਹਾਂ ਕਹਿੰਦੇ ਮੈਨੂੰ ਆਪਣੀ ਮਹਿਮਾ ਦਿਖਾ ਔਰ ਕੁਛ ਨਹੀਂ ਹੁੰਦਾ, ਲੇਕਿਨ ਲੋਕੀ ਇਹ ਰਿਅਲਾਈਜ਼ ਕਰਦੇ ਕਿ ਜਿਹੜਾ ਪ੍ਰੋਸੈਸ ਜੋ ਕੀ ਹੋਈ ਸੀਗੀ। ਤੁਸੀਂ ਹੱਸ ਰਹੇ ਹੋ, ਤੁਸੀਂ ਹੱਸ ਰਹੇ ਕਿਉਂਕਿ ਮੈਂ ਤੁਹਾਡਾ ਕੁਐਸਚਨ ਉੱਤਰ ਕਰ ਰਿਹਾ। ਮੈਨੂੰ ਪਤਾ ਹੈ ਕਿ ਅਸੀਂ ਹੋਰ ਕੁਐਸਚਨਸ ਦਾ ਆਨਸਰ ਦੇਵਾਂਗੇ। ਔਰ ਜਦੋਂ ਤੁਸੀਂ ਮੂਸਾ ਨੂੰ ਦੇਖ ਰਹੇ ਹੋ ਜੋ ਕਿ ਉਦੋਂ ਪੁੱਛਦਾ ਹੈ ਪ੍ਰਭੂ ਨੂੰ ਕਿ ਮੈਨੂੰ ਆਪਣੀ ਮਹਿਮਾ ਨਾਲ ਦਿਖਾਓ, ਔਰ ਤੁਸੀਂ ਅੱਜ ਦੇ ਵਿਸ਼ਵਾਸੀ ਨੂੰ ਦੇਖਦੇ ਹੋ ਔਰ ਕਹਿੰਦੇ ਹੋ ਕਿ ਉਹ ਵੀ ਪੁੱਛਦਾ ਕਿ ਪ੍ਰਭੂ ਮੈਨੂੰ ਆਪਣੀ ਮਹਿਮਾ ਨੂੰ ਦਿਖਾ, ਲੇਕਿਨ ਉਹਨਾਂ ਨੂੰ ਮਹਿਮਾ ਨਹੀਂ ਮਿਲਦੀ। ਮੂਸਾ ਨੇ ਇੱਕ ਵਾਰੀ ਪੁੱਛਿਆ, ਜਦੋਂ ਮੈਂ ਪੁੱਛਿਆ ਮੈਨੂੰ ਕਿਉਂ ਨਹੀਂ ਦਿਖ ਰਹੀ, ਤੁਹਾਨੂੰ ਫੇਰ ਸੋਚਣ ਦੀ ਲੋੜ ਆ ਕਿਹੜੇ ਡਾਇਮੈਂਸ਼ਨ ਤੇ ਉਸਨੇ ਪੁੱਛਿਆ ਸੀਗਾ, ਕਿਹੜੇ ਲੈਵਲ ਤੇ ਉਸਨੇ ਪੁੱਛਿਆ ਸੀਗਾ। ਅਸੀਂ ਕਿਹੜੇ ਲੈਵਲ ਤੋਂ ਪੁੱਛ ਰਹੇ ਹਾਂ। ਸੋ ਜਿੱਥੋਂ ਤੁਸੀਂ ਪੁੱਛਦੇ ਹੋ ਇਹ ਬਹੁਤ ਕ੍ਰਿਟੀਕਲ ਆ। ਕਿਹੜੇ ਲੈਵਲ ਤੋਂ ਪੁੱਛਦੇ ਹੋ ਤੁਹਾਡਾ ਕੀ ਰਾਜਾ ਤੁਹਾਡੀ ਗੱਲ ਨੂੰ ਸੁਣ ਰਿਹਾ ਆ, ਕੀ ਤੁਹਾਡਾ ਰਾਜਾ ਤੁਹਾਡੀ ਗੱਲ ਨੂੰ ਸੁਣ ਰਿਹਾ ਹੈ। ਜੇ ਤੁਸੀਂ ਕਹੋ ਕਿ ਹਾਂ ਰਾਜਾ ਮੇਰੀ ਗੱਲ ਨੂੰ ਸੁਣਦਾ ਹੈ, ਤੁਸੀਂ ਪਰਮੇਸ਼ਵਰ ਦੇ ਥਰੋਨ ਰੂਮ ਵਿੱਚ ਜਾਂਦੇ ਹੋ ਦਲੇਰੀ ਦੇ ਨਾਲ, ਕਿ ਉਹਦੀ ਅਟੈਂਸ਼ਨ ਤੁਹਾਡੇ ਕੋਲ ਆ। ਸਾਡੇ ਵਿੱਚ ਬਹੁਤ ਸਾਰੇ ਜਣੇ ਜਿਹੜੇ ਕਿ ਪਰਮੇਸ਼ਵਰ ਦੇ ਦਿਲ ਨੂੰ ਹਾਲੇ ਤੱਕ ਹਿਲਾ ਨਹੀਂ ਪਾਏ। ਅਸੀਂ ਉਸ ਨੂੰ ਨਿਰਾਸ਼ ਕੀਤਾ ਬਹੁਤ ਜ਼ਿਆਦਾ, ਲੇਕਿਨ ਅਸੀਂ ਡਿਮਾਂਡ ਕਰਦੇ ਹਾਂ ਕਿ ਉਹ ਸਾਨੂੰ ਰਿਸਪੌਂਡ ਕਰੇ ਜਿਸ ਤਰ੍ਹਾਂ ਕਿ ਅਸੀਂ ਉਹਦੀ ਦੁਲਹਨ ਹਾਂ, ਲੇਕਿਨ ਅਸੀਂ ਦੁਲਹਨ ਵਾਂਗੂ ਬਿਹੇਵ ਨਹੀਂ ਕਰਦੇ। ਇਸ ਲਈ ਸਾਨੂੰ ਸਲੋ ਡਾਊਨ ਹੋਣ ਦੀ ਲੋੜ ਆ। ਔਰ ਮੈਂ ਕਿਹਾ ਕਿ ਪਰਮੇਸ਼ਵਰ ਸਾਨੂੰ ਅਲਾਓ ਕਰ ਰਿਹਾ ਕਿ ਅਸੀਂ ਇਨਫੋਰਮੇਸ਼ਨ ਨੂੰ ਲੈ ਸਕੀਏ, ਕਿਉਂਕਿ ਸਮਝ ਔਰ ਗਿਆਨ ਕਨੈਕਟ ਆ। ਜਦੋਂ ਗਿਆਨ ਆਉਂਦਾ ਹੈ ਤੁਸੀਂ ਸਮਝ ਦੇ ਉੱਤੇ ਕੰਮ ਕਰਦੇ ਹੋ। ਜਦੋਂ ਤੁਸੀਂ ਉਸ ਸਮਝ ਦੇ ਉੱਤੇ ਕੰਮ ਕਰਦੇ ਹੋ ਤੁਹਾਨੂੰ ਹੋਰ ਵੀ ਜ਼ਿਆਦਾ ਗਿਆਨ ਦਿੱਤਾ ਜਾਂਦਾ ਹੈ। ਔਰ ਮੇਰਾ ਵਿਸ਼ਵਾਸ ਹੈ ਇਸ ਸੀਰੀਜ਼ ਜੋ ਆ ਸਾਰਿਆਂ ਨਾਲੋਂ ਜ਼ਿਆਦਾ ਗਲੋਰੀਅਸ ਆ ਸੀਰੀਜ਼ ਜੋ ਕਿ ਮੈਂ ਕਦੀ ਪੜ੍ਹਾਈਆਂ ਹੋਣ। ਔਰ ਇਹ ਜਨਰੇਸ਼ਨਸ ਜਿਹੜੀਆਂ ਹੈ ਇਸ ਨੂੰ ਦੇਖਣਗੀਆਂ, ਪੜ੍ਹਨਗੀਆਂ, ਸੁਣਨਗੀਆਂ, ਔਰ ਉਹਨਾਂ ਨੂੰ ਸੁਣਨ ਦੀ ਲੋੜ ਆ। ਜਿਹੜੇ ਇਨ ਬਿਟਵੀਨ ਆ ਬਹੁਤ ਹੀ ਕ੍ਰਿਟੀਕਲ ਆ। 2 ਸੰਡੇਜ਼ ਜੋ ਪਹਿਲਾਂ ਮੈਂ ਸ਼ੇਅਰ ਕੀਤਾ ਉਸਨੇ ਖੋਲ੍ਹਿਆ ਬਹੁਤ ਹੀ ਜ਼ਿਆਦਾ ਐਟਮੋਸਫੇਅਰ ਨੂੰ ਖੋਲ੍ਹਿਆ ਇੱਕ ਨਵੇਂ ਮੌਸਮ ਦੇ ਵਾਸਤੇ, ਲੇਕਿਨ ਜੋ ਅਸੀਂ ਪਿਛਲੇ ਹਫ਼ਤੇ ਸ਼ੇਅਰ ਕੀਤਾ ਉਹ ਸਮਝਦਾਰੀ ਨੂੰ ਖੋਲ੍ਹਿਆ। ਔਰ ਜੋ ਅੱਜ ਮੈਂ ਸ਼ੇਅਰ ਕਰ ਰਿਹਾ ਹਾਂ ਉਹ ਅੰਡਰਸਟੈਂਡਿੰਗ ਨੂੰ ਸਮਝ ਕਰ ਰਿਹਾ। ਅਸੀਂ ਬਣਾ ਹੀ ਨਹੀਂ ਜਾ ਸਕਦੇ, ਬਲਕਿ ਸਾਨੂੰ ਚਾਹੀਦਾ ਕਿ ਅਸੀਂ ਨੀਂਹ ਦੇ ਉੱਤੇ ਵੀ ਧਿਆਨ ਦੇਈਏ। ਤੁਸੀਂ ਦੇਖ ਰਹੇ ਹੋ ਕਿ ਮੂਸਾ ਪੁੱਛਦਾ ਹੈ। ਮੂਸਾ ਦੀ ਇੱਕ ਯਾਤਰਾ ਸੀਗੀ ਪੂਰੇ ਜੀਵਨ ਦੇ ਵਾਸਤੇ ਇਸ ਪ੍ਰੋਸੈਸ ਦੇ ਉੱਤੇ।
ਉਸਨੇ ਆਪਣੇ ਮਾਸ ਨੂੰ ਮਾਰਿਆ, ਉਸਨੇ ਆਗਿਆਕਾਰੀ ਕੀਤੀ, ਉਸਨੇ ਬਹੁਤ ਜ਼ਿਆਦਾ ਪਹਾੜ ਉੱਤੇ ਚੜ੍ਹਿਆ, ਬਹੁਤ ਉੱਚੇ ਪਹਾੜਾਂ ਤੇ ਚੜ੍ਹਿਆ, ਉਸਨੇ ਪ੍ਰਾਈਸ ਪੇ ਕੀਤਾ ਹੈ। ਉਸਦੇ ਲੋਕਾਂ ਨੇ ਉਸਨੂੰ ਨਫ਼ਰਤ ਕੀਤੀ, ਬਹੁਤ ਵਾਰ ਉਹਦੇ ਖੁਦ ਦੇ ਲੋਕ ਉਸਨੂੰ ਪਥਰਾਵ ਕਰਨਾ ਮੰਗਦੇ ਸੀ। ਉਸਨੇ ਕੀਮਤ ਚੁਕਾਈ ਹੈ। ਇਸ ਲਈ ਜਦੋਂ ਉਸਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਉਹ ਸੱਚੀ ਇੱਕ ਵਾਰੀ ਸੀਗਾ, ਕਿ ਇਹ ਇੱਕੋ ਵਾਰੀ ਹੋ ਗਿਆ, ਕਿ ਇੱਕੋ ਵਾਰੀ ਹੋਇਆ, ਇੱਕ ਪ੍ਰੋਸੈਸ ਸੀਗੀ ਕਿ ਅਸੀਂ ਆਪਣੇ ਆਪ ਨੂੰ ਉਹਦੇ ਵਿੱਚ ਹੱਥਾਂ ਵਿੱਚ ਦਈਏ, ਅਸੀਂ ਉਸ ਯਾਤਰਾ ਵਿੱਚ ਆਪਣੇ ਆਪ ਨੂੰ ਦਈਏ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾਊਦ ਕਲਾਮ ਦੇ ਵਿੱਚ ਜਿਹੜਾ ਪ੍ਰੋਫਿਟ ਸੈਮੂਅਲ ਹੈ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਹੈ ਔਰ ਕਹਿੰਦਾ ਕਿ ਆਪਣੇ ਆਪ ਨੂੰ ਸੈਂਟੀਫਾਈ ਕਰੋ ਔਰ ਮੈਂ ਤੁਹਾਡੇ ਵਿੱਚੋਂ ਇੱਕ ਜਣੇ ਨੂੰ ਅਨੋਇੰਟ ਕਰਨ ਜਾ ਰਿਹਾ। ਔਰ ਜੋ ਸਾਰੇ 6 ਭਰਾ ਆ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਆ, ਕਿਉਂਕਿ ਉਹ ਕਹਿ ਰਹੇ ਕਿ ਸਾਡਾ ਚੁਣਾਵ ਹੋਣ ਜਾ ਰਿਹਾ ਹੈ। ਲੇਕਿਨ ਇੱਕ ਕਰਕੇ ਨਬੀ ਕਹਿੰਦਾ ਹੈ ਕਿ ਇਹ ਹੋਊਗਾ, ਉਹ ਕਹਿੰਦਾ ਨਹੀਂ ਇਹ ਨੀਗਾ, ਪਰਮੇਸ਼ਵਰ ਕਹਿੰਦਾ ਹੈ ਕਿ ਇਹ ਨਹੀਂ ਹੋਊਗਾ। ਦੂਸਰਾ ਆਉਂਦਾ ਹੈ, ਪਰਮੇਸ਼ਵਰ ਕਹਿੰਦਾ ਹੈ ਨਹੀਂ। ਤੀਸਰਾ ਆਉਂਦਾ ਹੈ, ਉਹ ਕਹਿੰਦਾ ਨਹੀਂ। ਚੌਥਾ ਆਉਂਦਾ, ਉਹ ਕਹਿੰਦਾ ਨਹੀਂ। ਇਹ ਸਾਰੇ ਜੋ 6 ਭਰਾ ਨੇ ਇਹ ਆਪਣੇ ਆਪ ਨੂੰ ਸੈਂਟੀਫਾਈ ਕਰਕੇ ਆਏ, ਆਪਣੇ ਆਪ ਨੂੰ ਅਲੱਗ ਕਰਕੇ ਆਏ, ਉਹਨਾਂ ਨੇ ਆਪਣੇ ਆਪ ਨੂੰ ਤਿਆਰ ਕੀਤਾ, ਉਹ ਆਪਣੇ ਆਪ ਨੂੰ ਤਿਆਰ ਕੀਤਾ ਲੈਣ ਦੇ ਵਾਸਤੇ, ਲੇਕਿਨ ਉਹਨਾਂ ਨੂੰ ਮਿਲਿਆ ਨਹੀਂ। ਇਸ ਦੇ ਵਿੱਚ ਪ੍ਰਿਪਰੇਸ਼ਨ ਸੀਗਾ, ਲੇਕਿਨ ਉਹਨਾਂ ਦੇ ਕੋਲ ਕੁਆਲੀਫਿਕੇਸ਼ਨ ਨਹੀਂ ਸੀਗੀ। ਤੁਸੀਂ ਦੇਖਦੇ ਹੋ ਕਿ ਕਿੰਨੀਆਂ ਲੇਅਰਸ ਆ ਜਦੋਂ ਤੁਸੀਂ ਪਰਮੇਸ਼ਰ ਨੂੰ ਅਪਰੋਚ ਕਰਦੇ ਹੋ। ਉਹ ਕਹਿੰਦੇ ਕਿ ਮੈਂ ਇਸ ਐਤ ਨੂੰ ਫੋਲੋ ਕੀਤਾ, ਮੈਂ ਆਪਣੇ ਆਪ ਨੂੰ ਤਿਆਰ ਕੀਤਾ ਹੈ, ਮੈਂ ਜਿੱਦਾਂ ਦਾ ਹੈਗਾ ਆ ਮੈਂ ਉੱਦਾਂ ਦਾ ਉਹਦੇ ਸਾਹਮਣੇ ਆਊਂਗਾ, ਉਹ ਮੇਰਾ ਪਿਤਾ ਆ। ਤੁਸੀਂ ਕਹਿੰਦੇ ਆ ਕਿ ਮੈਂ ਥਰੋਨ ਰੂਮ ਦੇ ਵਿੱਚ ਜਾ ਸਕਦਾ ਹਾਂ, ਲੇਕਿਨ ਤੁਸੀਂ ਇੱਕ ਚੀਜ਼ ਤੁਹਾਡੇ ਕੋਲ ਸਹੀ ਹੈ, ਲੇਕਿਨ ਤੁਹਾਡੇ ਕੋਲ ਦੂਸਰੀ ਜਿਹੜੀ ਤੁਸੀਂ ਉਹ ਮਿਸ ਕਰ ਦਿੰਦੇ ਕਿ ਸਾਡਾ ਪਰਮੇਸ਼ਵਰ ਰਾਈਚਸ ਨਿਆਂ ਕਰਨ ਵਾਲਾ ਹੈ। ਪ੍ਰਿਪਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੁਆਲੀਫਾਈ ਤੁਸੀਂ ਹੋ ਗਏ ਲੈਣ ਦੇ ਵਾਸਤੇ। ਇੱਕ ਅਰਜੈਂਸੀ ਸੀਗੀ। ਉਹ ਪ੍ਰੋਫਿਟ ਕਹਿੰਦਾ ਕਿ ਮੈਂ ਤਦ ਤੱਕ ਨਹੀਂ ਜਾਵਾਂਗਾ ਜਦ ਤੱਕ ਕਿ ਤੁਸੀਂ ਉਸ ਅਗਲੇ ਬੇਟੇ ਨੂੰ ਨਹੀਂ ਲੈ ਕੇ ਆਉਂਦੇ। ਲੇਕਿਨ ਤੁਹਾਡੇ ਵਿੱਚ ਬਹੁਤ ਸਾਰੇ ਜਣੇ ਹੋ ਸਕਦਾ ਹੈ ਕਿ ਤੁਸੀਂ ਜੰਗਲ ਦੇ ਵਿੱਚ ਹੋਵੋ ਜਿੱਥੇ ਤੁਹਾਨੂੰ ਲੋਕੀ ਸਮਝ ਨਹੀਂ ਪਾ ਰਹੇ, ਤੁਸੀਂ ਦੇਖ ਰਹੇ, ਤੁਸੀਂ ਸੋਚ ਰਹੇ ਕਿ ਸ਼ਾਇਦ ਤੁਸੀਂ ਉਸ ਚੰਗੀ ਜਗ੍ਹਾ 'ਤੇ ਨਹੀਂ ਹੋ। ਲੇਕਿਨ ਮੈਂ ਮੰਗਦਾ ਕਿ ਤੁਸੀਂ ਜਾਣੋ ਕਿ ਕੋਈ ਵੀ ਇੱਦਾਂ ਦੀ ਲੋਕੇਸ਼ਨ ਨਹੀਂ ਆ ਜਿੱਥੇ ਪਰਮੇਸ਼ਵਰ ਦੀ ਨਜ਼ਰਾਂ ਤੁਹਾਡੇ ਕੋਲ ਪਹੁੰਚ ਨਹੀਂ ਸਕਦੀਆਂ। ਚਾਹੇ ਤੁਸੀਂ ਰੇਗਿਸਤਾਨ ਦੇ ਵਿੱਚ ਹੋਵੋ, ਚਾਹੇ ਤੁਹਾਡੇ ਸਾਹਮਣੇ ਲਾਲ ਸਮੁੰਦਰ ਹੋਵੇ, ਚਾਹੇ ਤੁਹਾਨੂੰ ਅੱਗ ਦੀ ਭੱਠੀ ਵਿੱਚ ਪਾਇਆ ਜਾਵੇ, ਚਾਹੇ ਤੁਹਾਨੂੰ ਸ਼ੇਰਾਂ ਦੇ ਸਾਹਮਣੇ ਰੱਖਿਆ ਜਾਵੇ, ਚਾਹੇ ਇੱਕ ਖੂਹ ਦੇ ਵਿੱਚ ਪਾਇਆ ਜਾਵੇ। ਜੇ ਤੁਸੀਂ ਉੱਤੇ ਦੇਖੋਗੇ ਇੱਕ ਸਵਰਗ ਆ, ਤੁਹਾਡੇ ਵਾਸਤੇ ਸਵਰਗ ਖੁੱਲੇਗਾ ਤਾਂ ਕਿ ਪਰਮੇਸ਼ਵਰ ਦੀਆਂ ਨਿਗਾਹਾਂ ਨੇ ਦਾਊਦ ਨੂੰ ਲੱਭਿਆ ਔਰ ਉਸ ਤਰ੍ਹਾਂ ਤੁਹਾਨੂੰ ਵੀ ਲੱਭਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਯਸ ਕਲਾਮ ਦੱਸਦਾ ਹੈ ਔਰ ਜਿਸ ਤਰ੍ਹਾਂ ਹੀ ਦੇਵਦਾਊਦ ਆਉਂਦਾ ਆ, ਸੈਮੂਅਲ ਪਰਮੇਸ਼ਵਰ ਦੀ ਆਵਾਜ਼ ਉਹਦੇ ਕੋਲ ਆਉਂਦੀ ਹੈ, ਕਹਿੰਦੇ ਕਿ ਇਹ ਆਹੋ ਜਿਸ ਦੇ ਉੱਠ ਕੇ ਇਸ ਨੂੰ ਮਸਾ ਕਰ ਔਰ ਤੇਲ ਬਹਾ। ਜਿਹੜਾ ਤੇਲ ਸੀਗਾ ਉਹ ਬਹਿਣ ਲੱਗਾ, ਤੇਲ ਬਹਿਣ ਲੱਗਾ। ਮੈਂ ਮਹਿਸੂਸ ਕਰਦਾ ਹਾਂ ਤੇਲ ਬਹਿੰਦੇ ਨੂੰ। ਔਰ ਮੈਨੂੰ ਇੱਕ ਅਜੀਬ ਵਿਜ਼ਨ ਔਰ ਜਾਂ ਸੁਪਨਾ ਆਇਆ ਦੂਸਰੇ ਦਿਨ।
ਮੈਂ ਇੱਕ ਬੀਜ ਦੇਖਿਆ ਔਰ ਜੋ ਬੀਜ ਟੁੱਟਿਆ ਹੋਇਆ ਸੀਗਾ ਔਰ ਉਸ ਬੀਜ ਦੇ ਵਿੱਚੋਂ ਤੇਲ ਦੀਆਂ ਨਦੀਆਂ ਬਹਿ ਰਹੀਆਂ ਸੀ ਔਰ ਪਰਮੇਸ਼ਰ ਮੇਰੇ ਨਾਲ ਗੱਲ ਕਰ ਰਿਹਾ ਸੀਗਾ ਕਿ ਟੁੱਟੇ ਹੋਏ ਪਨ ਦੇ ਵਿੱਚੋਂ ਤੇਲ ਬਹੇਗਾ। ਮੈਂ ਤੁਹਾਨੂੰ ਦੱਸਣਾ ਮੰਗਦਾ ਹਾਂ ਜਿਹੜੇ ਕਿ ਆਪਣੇ ਆਪ ਨੂੰ ਰਿਜੈਕਟਡ ਫੀਲ ਕਰਦੇ ਆ, ਜਿਹੜੇ ਆਪਣੇ ਟੁੱਟੇ ਹੋਏ ਮਹਿਸੂਸ ਕਰਦੇ ਆ, ਆਪਣੇ ਜੰਗਲ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦੇ ਰਹੀਏ, ਪਰਮੇਸ਼ਰ ਦੇ ਪਿੱਛੇ ਚੱਲੀਏ, ਆਪਣੇ ਇਕੱਲੇਪਨ ਦੇ ਵਿੱਚ ਕੰਟੀਨਿਊ ਕਰੀਏ, ਪਰਮੇਸ਼ਵਰ ਨੂੰ ਪਿੱਛਾ ਕਰੀ। ਜਦੋਂ ਲੋਕ ਤੁਹਾਨੂੰ ਸਮਝ ਨਹੀਂ ਪਾਉਂਦੇ ਉੱਥੇ ਆਇਲ ਆਏਗਾ ਔਰ ਮਸਾ ਆਏਗਾ ਤੁਹਾਨੂੰ ਲੱਭਣ ਦੇ ਵਾਸਤੇ। ਇਹ ਸੁੰਦਰਤਾ ਆ ਪਰਮੇਸ਼ਵਰ ਦੀ ਦਇਆ ਦੀ। ਜਦੋਂ ਤੁਸੀਂ ਪਰਮੇਸ਼ਰ ਦੇ ਮਗਰ ਨੱਠਦੇ ਆ ਤਾਂ ਉਹਦਾ ਮਸਾ ਤੁਹਾਡੇ ਮਗਰ ਨੱਠੇਗਾ, ਦਇਆ ਆਏਗੀ ਤੁਹਾਡੇ ਉੱਤੇ। ਇਸ ਕਰਕੇ ਜਿੱਦਾਂ ਹੀ ਦਾਊਦ ਆਉਂਦਾ ਹੈ ਉਹਨੂੰ ਉਹਦੇ 'ਤੇ ਮਸਾ ਕੀਤਾ ਜਾਂਦਾ ਹੈ। ਜਿੰਨੀ ਜਲਦੀ ਉਹ ਆਉਂਦਾ ਹੈ ਮਸਾ ਆਉਂਦਾ ਹੈ। ਇਸ ਲਈ ਮੈਂ ਜਾਣਦਾ ਹਾਂ मूसा ने प्रार्थना की लेकिन नहीं होया। उस तरह इन्हां भरावां ने भी अपने आप नूं तैयार किया सीगा लेकिन नहीं होया। लेकिन उन्हां नूं की मिस किया सीगा कि एक छोटी जी थोड़ी देर दे वास्ते आग्ञाकारी पूरी करन दे नाल तुहाडा मसा नहीं हुंदा, लेकिन लाइफ स्टाइल होना चाहिदा आ तुहाडी आग्ञाकारी करन दा, ताकि मसा तुहानूं खुद लभे और तुहाडे सिर तो लैके पैरां तक आवे। और इदां दा मसा जो कि शैतान नूं दड़ादड़ कर देवे और तुहानूं इस तरह दा बना देवे ताकि जिद्दां तुसीं कदी सोचिया भी नहीं सीगा। और दाऊद एक राज्य तो उसनूं बड़े राज्य ते लैके गया। ਉਹ ਯਹੂਦਾ ਦਾ ਰਾਜਾ ਸੀਗਾ, ਉਸ ਤੋਂ ਬਾਅਦ ਉਹ ਇਜ਼ਰਾइल ਦਾ ਰਾਜਾ ਬਣਿਆ। ਦਾਊਦ ਔਰ ਦੇ ਭਰਾਵਾਂ ਵਿੱਚ ਕੀ ਅੰਤਰ ਸੀਗਾ? ਉਹਨਾਂ ਜਿਹੜੇ ਭਰਾ ਸੀਗੇ ਉਹਨਾਂ ਨੇ ਪ੍ਰਿਪੇਅਰ ਕੀਤੀ ਕਿਉਂਕਿ ਉਹਨਾਂ ਨੂੰ ਗਿਆਨ ਦਿੱਤਾ ਗਿਆ ਕਿ ਕੋਈ ਆਉਣ ਵਾਲਾ ਹੈ ਮਸਾ ਕਰਨ ਦੇ ਵਾਸਤੇ, ਲੇਕਿਨ ਉਹਨਾਂ ਨੂੰ ਸਮਝ ਨਹੀਂ ਸੀਗੀ। ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀਗੀ। ਉਹਨਾਂ ਨੂੰ ਕਿਹਾ ਸੀਗਾ ਕਿ ਆਪਣੇ ਆਪ ਨੂੰ ਤਿਆਰ ਕਰੋ। ਤਾਂ ਉਹ ਕਹਿੰਦੇ ਕਿ ਮੈਂ ਕਿੱਦਾਂ ਤਿਆਰ ਕਰਾਂ ਆਪਣੇ ਆਪ ਨੂੰ, ਮੈਂ ਕੀ ਕਰਾਂ, ਮੈਂ ਨਹਾਵਾਂ, ਮੈਂ ਬਰਸ਼ ਕਰਾਂ, ਮੈਂ ਕੀ ਕਰਾਂ, ਕਿ ਮੈਂ ਕਿੱਦਾਂ ਕਰਾਂ, ਕੀ ਕਰਾਂ। ਉਹ ਰਸ਼ ਕਰ ਰਹੇ ਸੀ ਉਹ, ਕਿਉਂਕਿ ਗਿਆਨ ਉਹਨਾਂ ਨੂੰ ਦਿੱਤਾ ਗਿਆ ਸੀਗਾ ਕਿ ਇੱਕ ਨਬੀ ਨੇ ਆਉਣਾ ਆ ਮਸਾ ਕਰਨ ਦੇ ਵਾਸਤੇ। ਉਹ ਆਪਣੇ ਆਪ ਨੂੰ ਜਲਦਬਾਜ਼ੀ ਕਰ ਰਹੇ ਸੀਗੇ। ਲੇਕਿਨ ਇੱਕ ਜਵਾਨ ਲੜਕਾ ਜਿਸਨੇ ਕਿ ਆਣ ਕੇ ਆਪਣੇ ਆਪ ਨੂੰ ਕਨਸੈਂਟਰੇਟ ਕੀਤਾ, ਉਹਦੇ ਕੋਲ ਗਿਆਨ ਨਹੀਂ ਸੀਗਾ ਲੇਕਿਨ ਉਹ ਸਮਝ ਦੇ ਵਿੱਚ ਸੀਗਾ। ਉਸਨੇ ਉਹਦਾ ਜੀਵਨ ਜਿਹੜਾ ਸੀਗਾ ਉਹ ਆਰਾਧਨਾ ਦਾ ਜੀਵਨ ਸੀਗਾ। ਉਸਨੂੰ ਜਦੋਂ ਨਬੀ ਦੇ ਸਾਹਮਣੇ ਆਇਆ ਉਸਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਨਹੀਂ ਪਈ, ਕਿਉਂਕਿ ਉਹ ਜੀਵਨ ਇਸ ਤਰ੍ਹਾਂ ਦਾ ਬਿਤਾ ਰਿਹਾ ਸੀਗਾ ਜੋ ਕਿ ਆਪਣੇ ਆਪ ਨੂੰ ਤਿਆਰ ਕਰਨ ਵਾਲਾ ਜੀਵਨ ਸੀਗਾ। ਔਰ ਇਸ ਲਈ ਜਦੋਂ ਉਹ ਉਸ ਜਗ੍ਹਾ 'ਤੇ ਆਇਆ ਉਸ ਦਾ ਇਨਕਾਊਂਟਰ ਹੋਇਆ, ਉਸ ਮਹਿਮਾ ਦਾ ਇਨਕਾਊਂਟਰ ਹੋਇਆ। ਉਹ ਅੱਗੇ ਵਧਿਆ ਕਿ ਤੁਸੀਂ ਤਿਆਰ ਹੋ ਵਧਣ ਦੇ ਵਾਸਤੇ। ਮੇਰੀ ਆਸ਼ਾ ਆ ਕਿ ਅਸੀਂ ਉਹਨਾਂ ਕੁਵਾਰੀਆਂ ਵਾਂਗੂ ਨਹੀਂ ਹੋਵਾਂਗੇ ਜਿਹੜੇ ਕਿ ਪਿੱਛੇ ਰਹਿ ਗਈਆਂ ਔਰ ਅੰਤਿਮ ਸਮੇਂ ਤੇ ਜਿਹੜੇ ਕਿ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਸੀਗੀਆਂ। ਜਿਹੜੀ ਆ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਆ ਰਹੀ ਆ ਔਰ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੋ ਇਸ ਕਰਕੇ ਨੇ ਕਿਉਂਕਿ ਤੁਹਾਨੂੰ ਸਮਝ ਆ, ਬਲਕਿ ਇਸ ਲਈ ਕਿਉਂਕਿ ਤੁਹਾਨੂੰ ਡਰ ਲੱਗਾ ਹੋਇਆ, ਤੁਹਾਨੂੰ ਇਹ ਕਿ ਕੀ ਹੋਣ ਵਾਲਾ ਆ। ਜਦੋਂ ਤੁਸੀਂ ਆਪਣੇ ਆਪ ਨੂੰ ਤਿਆਰ ਕਰਦੇ ਹੋ ਸਮਝ ਦੇ ਨਾਲ, ਉਦੋਂ ਤੁਸੀਂ ਮਹਿਮਾ ਤੋਂ ਮਹਿਮਾ ਤੱਕ ਜਾਂਦੇ ਹੋ। ਉਹ ਕੁਝ ਅਜੀਬ ਕਰਦਾ ਆ ਜਦੋਂ ਤੁਸੀਂ ਇਸ ਤਰ੍ਹਾਂ ਦਾ ਜੀਵਨ ਬਿਤਾਉਂਦੇ ਹੋ ਜੋ ਕਿ ਆਪਣੇ ਆਪ ਨੂੰ ਤੁਸੀਂ ਤਿਆਰ ਕੀਤਾ ਹੁੰਦਾ ਆ ਤਾਂ ਕਿ ਤੁਸੀਂ ਪਰਮੇਸ਼ਰ ਦੀ ਮਹਿਮਾ ਨੂੰ ਰੱਖ ਸਕੋ, ਫੜ ਕੇ ਰੱਖ ਸਕੋ। ਤੁਹਾਨੂੰ ਨਹੀਂ ਪਤਾ ਕਿ ਪ੍ਰਭੂ ਤੁਹਾਡੇ ਕੋਲ ਕਦੋਂ ਆਏਗਾ। ਤੁਹਾਨੂੰ ਨਹੀਂ ਪਤਾ
कि परमेश्वर दा महिमा वाला बदल ਤੁਹਾਡੇ ਘਰ ਦੇ ਵਿੱਚ ਕਦੋਂ ਆਏਗਾ। ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਦੋਂ ਰੂਹ ਦੇ ਵਿੱਚ ਜਾਓਗੇ। ਮੇਰੀ ਆਸ਼ਾ ਹੈ ਕਿ ਤੁਹਾਨੂੰ ਸਮਝ ਆਈ ਆ ਕਿ ਪਰਮੇਸ਼ਵਰ ਦੀ ਦਇਆ ਆ। ਇਹ ਪਰਮੇਸ਼ਵਰ ਦੀ ਦਇਆ ਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਨਬੀ ਦੇ ਨੂੰ ਫੋਰਸ ਨਹੀਂ ਕਰ ਸਕਦੇ ਕਿ ਉਹ ਤੁਹਾਡੇ ਉੱਤੇ ਆਣ ਕੇ ਮਸਾ ਪਾਵੇ। ਇਹ ਪਰਮੇਸ਼ਵਰ ਦੀ ਦਇਆ ਹੈ। ਪਰਮੇਸ਼ਵਰ ਦੀ ਜੋ ਇਨਕਾਊਂਟਰ ਹੈ ਉਹ ਪਰਮੇਸ਼ਵਰ ਦੀ ਦਇਆ ਆ, ਲੇਕਿਨ ਉਹ ਪ੍ਰੈਪਰੇਸ਼ਨ ਦੇ ਬਗੈਰ ਨਹੀਂ ਹੁੰਦੀ। ਤੁਸੀਂ ਆਪਣਾ ਹਿੱਸਾ ਕਰਦੇ ਹੋ। ਤੁਸੀਂ ਗਿਆਨ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਨਹੀਂ ਕਰਦੇ, ਬਲਕਿ ਸਮਝਦਾਰੀ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰਦੇ। ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰੈਪਰੇਸ਼ਨ ਦੇ ਜੀਵਨ ਦੇ ਵਿੱਚ ਬਿਤਾਉਂਦੇ ਹੋ ਤਾਂ ਕਿ ਤੁਸੀਂ ਉਹਦੀ ਮਹਿਮਾ ਨੂੰ ਕੈਰੀ ਕਰ ਸਕੋ, ਤੁਸੀਂ ਉਦੋਂ ਦੇਖੋਗੇ ਕਿ ਜਦੋਂ ਤੁਸੀਂ ਉਦੋਂ ਆਓਗੇ ਤੁਸੀਂ ਤਿਆਰ ਹੋ ਪਾਓਗੇ, ਤੁਸੀਂ ਤਿਆਰ ਹੋਵੋਗੇ, ਤੁਸੀਂ ਉਸ ਲੋਕੇਸ਼ਨ 'ਤੇ ਪਹੁੰਚ ਗਏ ਹੋ। ਤੁਹਾਡੇ ਵਾਸਤੇ ਮਹਿਮਾ ਦਾ ਜੋ ਆਲਮ ਆ ਖੁੱਲ੍ਹੇਗਾ, ਕਿਉਂਕਿ ਉਹ ਲਾਈਫ ਸਟਾਈਲ ਆ ਔਰ ਇੱਕ ਪਲ ਨਿਗਾ, ਇੱਕ ਲਾਈਫ ਸਟਾਈਲ ਆ। ਇਸ ਕਰਕੇ ਅੱਜ ਮੈਂ ਸ਼ੋਰਟ ਰੱਖਣਾ ਮੰਗਦਾ ਹਾਂ। ਅਸੀਂ ਕੁਐਸਚਨਸ ਦੁਬਾਰਾ ਹੈਂਡਲ ਕਰਾਂਗੇ ਦੂਸਰੇ ਵਕਤ। ਤੁਸੀਂ ਮੈਜੋਰਿਟੀ ਤੇ ਕੁਐਸਚਨਸ ਆਲਰੇਡੀ ਟੱਚ ਕਰ ਸਕੇ। ਇਹ ਦਇਆ ਪ੍ਰਭੂ ਦੀ। ਮੈਂ ਸੁਣ ਕੇ ਬੋਲਣ ਦੀ ਕੋਸ਼ਿਸ਼, ਤੁਸੀਂ ਮੈਨੂੰ ਕੁਐਸਚਨ ਨਹੀਂ ਪੁੱਛਿਆ, ਲੇਕਿਨ ਮੈਂ ਆਤਮਾ ਦੀ ਉਡੀਕ ਕਰ ਰਿਹਾ। ਉਹ ਮੈਨੂੰ ਦੱਸੇ ਕਿ ਮੈਂ ਕੀ ਬੋਲਾਂ। ਅਸੀਂ ਜਾਵਾਂਗੇ ਇਸ ਹਫ਼ਤੇ, ਅਸੀਂ ਆਪਣੇ ਸਰੀਰ ਵਿੱਚ ਮਰਾਂਗੇ ਔਰ ਇਸ ਹਫ਼ਤੇ ਜਦੋਂ ਹਾਰਡ ਹੋਵੇ ਨਾ ਕਰਨ ਦੇ ਵਿੱਚ, ਉਦੋਂ ਨਾ ਕਹੀਏ। ਖੱਬੇ ਔਰ ਸੱਜੇ ਨਾ ਮੁੜੀਏ। ਪਰਮੇਸ਼ਵਰ ਦੀ ਆਵਾਜ਼ ਦਾ ਪਿੱਛਾ ਕਰੀਏ। ਸਾਡੇ ਪਿਤਾ ਪਰਮੇਸ਼ਵਰ ਦੇ ਉੱਤੇ ਆਪਣਾ ਫੋਕਸ ਕਰੀਏ। ਉਹਦੇ ਦਿਲ ਦਾ ਪਿੱਛਾ ਕਰੀਏ ਜਦੋਂ ਕਿ ਸਖਤ ਹੋਵੇ। ਹਰ ਕੁਛ ਕਰੀਏ ਉਸ ਗੱਲ ਨੂੰ ਕੱਢਣ ਦੇ ਵਾਸਤੇ ਜੋ ਕਿ ਉਹਨੂੰ ਨਹੀਂ ਮੰਨ ਪਾਉਂਦੀ। ਇਸ ਤਰ੍ਹਾਂ ਦੇ ਤਿਆਰ ਕਰੀਏ ਕਿ ਮਹਿਮਾ ਆਵੇ, ਤਾਂ ਕਿ ਜਿਹੜੀ ਦਇਆ ਤੁਹਾਡੇ ਕੋਲ ਆਵੇ, ਤਾਂ ਕਿ ਤੁਹਾਨੂੰ ਦਇਆ ਉਹਦੀ ਤੁਹਾਨੂੰ ਹੋਲੀ ਆਫ ਹੋਲੀਜ਼ ਦੇ ਵਿੱਚ ਲੈ ਕੇ ਜਾਵੇ। ਮੈਂ ਜਾਣਦਾ ਹੈ ਕਿ ਇਹ ਪੋਸੀਬਲ ਆ। ਮੈਂ ਜਾਣਦਾ ਹੈ ਕਿ ਇਹ ਵਚਨ ਜੋ ਤੁਹਾਡੇ ਕੋਲ ਆਇਆ ਆ, ਇਹ ਪਰਮੇਸ਼ਰ ਦਾ ਨਰਮ ਦਿਲ ਆ ਜੋ ਕਿ ਕੁਛ ਵੇਲੇ ਇਸ ਵੇਲੇ ਲੋਕਾਂ ਨੂੰ ਫੜ ਰਿਹਾ ਆ। ਇਹ ਸਾਡਾ ਪ੍ਰੈਸ਼ੀਅਸ ਯਿਸੂ ਆ ਕਿ ਜੋ ਸਾਨੂੰ ਸਿਖਾਉਂਦਾ ਆ ਸਾਨੂੰ ਇਸ ਇਨਫੋਰਮੇਸ਼ਨ ਦੇ ਵਾਸਤੇ। ਇਹ ਨੌਲੇਜ ਜਿਹੜੀ ਹੈ, ਗਿਆਨ ਜਿਹੜਾ ਹੈ, ਇਹ ਤੁਹਾਡੀ ਸਮਝ ਬਣ ਜਾਵੇ, ਤਾਂ ਕਿ ਜ਼ਿਆਦਾ ਗਿਆਨ ਤੁਹਾਨੂੰ ਦਿੱਤਾ ਜਾਵੇ। ਇੱਕ ਦਿਨ ਯਿਸੂ ਮਸੀਹ ਦੇ ਨਾਲ। ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬੜੇ ਹੀ ਆਰਾਮ ਦੇ ਨਾਲ ਬੋਲਿਆ। ਤੁਹਾਡੀ ਸੁਗੰਧ ਪ੍ਰਭੂ ਯਿਸੂ ਮਸੀਹ ਦੀ ਪ੍ਰੈਜ਼ੈਂਸ ਦੀ ਸੁਗੰਧ ਸਾਡੇ ਘਰਾਂ ਨੂੰ ਭਰ ਦੇਵੇ। ਚਰਚ ਨੂੰ ਭਰ ਦੇਵੇ। ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਐਸੇ ਵੇਲੇ ਪ੍ਰਿਯ ਯਿਸੂ ਸਾਨੂੰ ਭਰ ਦੇ। ਪਵਿੱਤਰ ਆਤਮਾ, ਅਸੀਂ ਧੰਨਵਾਦ ਕਰਦੇ ਹਾਂ ਉਸ ਦਇਆ ਦਾ ਜੋ ਤੂੰ ਸਾਨੂੰ ਦਿੱਤੀ ਕਿ ਸਾਨੂੰ ਸਮਝ ਆਵੇ। ਮੈਂ ਜਾਣਦਾ ਹਾਂ ਕਿ ਅੱਜ ਦਾ ਵਚਨ ਤਿਆਰ ਕਰ ਰਿਹਾ ਹੈ ਅਗਲੇ ਹਫ਼ਤੇ ਦੇ ਵਾਸਤੇ। ਅਸੀਂ ਧੰਨਵਾਦ ਕਰਦੇ ਹਾਂ ਕਰਨ ਦੇ ਵਾਸਤੇ। ਔਰ ਜਿਹੜਾ ਮਹਿਮਾ ਦਾ ਦੁਆਰ ਆ, ਮਹਿਮਾ ਦਾ ਉਹ ਸੱਚਾ ਬਣ ਜਾਵੇ। ਸਾਡੇ ਘਰਾਂ ਨੂੰ ਤਿਆਰ ਕਰ ਪ੍ਰਭੂ। ਸਾਨੂੰ ਬਚਾ ਕੇ ਰੱਖ ਹਰ ਇੱਕ ਚੀਜ਼ ਚੋਂ ਜੋ ਕਿ ਪਰਮੇਸ਼ਰ ਦੀ ਦਇਆ ਨੂੰ ਸਾਡੇ ਤੋਂ ਦੂਰ ਕਰਦੀ ਆ। ਯਿਸੂ ਮਸੀਹ ਦੇ ਨਾਮ ਦੇ ਵਿੱਚ
Amen. Hope that you are able to मेरी आशा है understand कि what the Lord is doing. ਕਿ ਤੁਸੀਂ ਇਸ ਗੱਲ ਨੂੰ ਸਮਝ ਸਕੇ ਕਿ ਪ੍ਰਭੂ ਕੀ ਕਰ ਰਿਹਾ ਹੈ Honor it, ਔਰ ਮੇਰੀ ਇਹ ਵੀ ਆਸ਼ਾ ਹੈ guard it. ਤੁਸੀਂ ਇਸ ਨੂੰ ਪ੍ਰੋਟੈਕਟ ਕਰਕੇ ਰੱਖੋਗੇ, ਉਸ ਨੂੰ ਆਦਰ ਕਰੋਗੇ ਆਪਣੇ ਜੀਵਨ ਦੇ ਦੁਆਰਾ। ਮੇਰੀ ਆਸ਼ਾ ਹੈ ਕਿ ਇਹ ਬਹੁਤ ਹੀ ਕੀਮਤੀ ਆ। This Wednesday. Until then, ਮੈਂ ਤੁਹਾਨੂੰ ਇਸ ਵੈਂਸਡੇ ਨੂੰ ਮਿਲਾਂਗਾ stay ਔਰ ਜਦ ਤੱਕ ਰਹੀਏ ਪਰਮੇਸ਼ਵਰ ਦੇ ਜਲਾਲੀ ਹੱਥਾਂ ਦੇ ਅੰਦਰ। locating and giving us exactly what we needed. ਧੰਨਵਾਦ ਕਰਦੇ ਹਾਂ ਨਬੀ, ਸਾਨੂੰ ਦੇਣ ਦੇ ਵਾਸਤੇ ਜੋ ਸਾਨੂੰ ਚਾਹੀਦਾ ਸੀਗਾ ਅੱਜ। In this grace, this week, as our ਪਰਮੇਸ਼ਵਰ ਦੇ ਲੋਕੋ, ਇਸ ਦਇਆ ਦੇ ਵਿੱਚ, to a new ਇਸ level of God's glory. ਇਸ ਹਫਤੇ ਜਿਸ ਤਰ੍ਹਾਂ ਕਿ ਸਾਡੇ ਨਬੀ ਨੇ ਕਿਹਾ ਕਿ ਤੁਸੀਂ ਨਵੇਂ ਲੈਵਲ ਦੇ ਵਿੱਚ ਜਾਓਗੇ ਪਰਮੇਸ਼ਵਰ ਦੇ Until next time. ਪ੍ਰੋਸੈਸ ਤੋਂ ਨਾ ਨੱਠੀਏ, ਲੇਕਿਨ ਉਸ ਯਾਤਰਾ ਦੇ ਵਿੱਚ ਜਾਈਏ ਜਦ ਤੱਕ ਅਸੀਂ ਮਿਲਦੇ ਨਹੀਂ। ਗॉड ਬlesਸ। Nobody like you, Lord. Nobody like you, Lord. And nobody like you, Lord. Nobody like you, Lord. Help me say, oh Lord, our Lord, how excellent is your name. Your name is strength. Your name is strength. Your name is power. A strong